ਜਪ ਤਪ ਸੰਜਮੋ ਧਰਮ ਨਾ ਕਮਾਇਆ। ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ। ਨਾਹੋ ਜਤੀ ਸਤੀ ਨਹੀਂ ਪੜਿਆ। ਮੂਰਖ ਮੁਗਦਾ ਜਨਮ ਪਿਆ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ। ਜਿਨ ਤੂੰ ਨਾਹੀ ਵਿਸਰਿਆ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ। ਜਿਨ ਤੂੰ ਨਾਹੀ ਵਿਸਰਿਆ। ਪਰਮ ਸਨਮਾਨਯੋਗ ਚਵਰ ਤਖਤ ਸਿੰਘਾਸਨ ਦੇ ਮਾਲਕ ਸ਼ਬਦ ਸਰੂਪ ਗਰੀਬ ਨਵਾਜ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ। ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਬੜੇ ਸਤਿਕਾਰ ਇਕਾਗਰਤਾ ਸਹਿਤ ਆਪ ਜੀ ਸਤ ਸੰਗਤ ਰੂਪ ਵਿੱਚ ਸੱਜ ਕੇ ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ, ਸਤਿਗੁਰੂ ਦੀ ਪਾਵਨ ਬਾਣੀ ਦੇ ਸ਼ਬਦ ਕੀਰਤਨ ਦਾ ਗੁਰੂ ਸਵਾਰਿਆਂ ਪਾਸੋਂ ਲਾਹਾ ਪ੍ਰਾਪਤ ਕਰ ਰਹੇ ਸੀ। ਸੋ ਜਿੱਥੇ ਆਪ ਜੀ ਨੇ ਸਤਿਗੁਰੂ ਦੀ ਪਾਵਨ ਬਾਣੀ ਦੇ ਸ਼ਬਦ ਕੀਰਤਨ ਸ਼ਰਵਣ ਕੀਤੇ ਹਨ, ਸੋ ਆਓ ਨਿਯਤ ਸਮੇਂ ਮੁਤਾਬਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਉਪਦੇਸ਼ ਅਤੇ ਆਪਣੇ ਮਹਾਨ ਸਤਿਗੁਰਾਂ ਦੇ ਪਰਉਪਕਾਰਾਂ ਨੂੰ ਗੁਰਮਤਿ ਵਿਚਾਰਾਂ ਦੇ ਰਾਹੀਂ ਸਾਂਝ ਪਾਉਣ ਦਾ ਯਤਨ ਕਰੀਏ। ਸਭ ਤੋਂ ਪਹਿਲਾਂ ਦਸਮੇਸ਼ ਜੀ ਦੀ ਬਖਸ਼ੀ ਹੋਈ ਮੁਬਾਰਕ ਫਤਿਹ ਬੁਲੰਦ ਆਵਾਜ਼ ਵਿੱਚ ਸਾਂਝੀ ਕਰੀਏ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਸਮੁੱਚੀ ਦੀ ਸਮੁੱਚੀ ਕਾਵਿ ਰੂਪ ਵਿੱਚ ਹੈ। ਮਹਾਰਾਜ ਨੇ ਆਪਣੇ ਉਪਦੇਸ਼ ਨੂੰ ਲੋਕਾਈ ਦੇ ਕੰਨਾਂ ਤੱਕ ਪਹੁੰਚਾਉਣ ਵਾਸਤੇ ਇਸ ਨੂੰ ਕਾਵਿਬੱਧ ਕੀਤਾ ਹੈ, ਭਾਵ ਕਾਵਿਕ ਨਿਯਮਾਂ ਦੇ ਵਿੱਚ ਲਿਖਿਆ ਹੈ। ਕਾਵਿ ਨੂੰ ਪੜ੍ਹਿਆ ਜਾ ਸਕਦਾ ਹੈ, ਗਾਇਆ ਜਾ ਸਕਦਾ ਹੈ, ਇਸ ਦਾ ਗਾਇਕੀ ਦੇ ਵਿੱਚ ਵੀ ਆਨੰਦ ਲਿਆ ਜਾ ਸਕਦਾ ਹੈ, ਲੁਤਫ ਮਾਣਿਆ ਜਾ ਸਕਦਾ ਹੈ। ਫਿਰ ਮਹਾਰਾਜ ਨੇ ਸਮਗਰ ਬਾਣੀ ਨੂੰ ਰਾਗ, ਸੁਰ, ਤਾਲ ਦੇ ਮੁਤਾਬਕ ਵੀ ਨਿਯਮਬੱਧ ਕੀਤਾ ਹੈ। ਤੇ ਸਤਿਗੁਰੂ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਆਮ ਜਨ ਜੀਵਨ ਦੀਆਂ ਸਾਡੀ ਵਰਤੋਂ ਦੀਆਂ ਉਦਾਹਰਨਾਂ ਦੇ ਕੇ, ਅਲੰਕਾਰ ਵਰਤ ਕੇ, ਬਿੰਬ ਪ੍ਰਤੀਕ ਵਰਤ ਕੇ ਸਤਿਗੁਰੂ ਨੇ ਆਪਣੇ ਉਪਦੇਸ਼ ਨੂੰ ਬੜੇ ਸੁਖੈਨ ਸ਼ਬਦਾਂ ਦੇ ਵਿੱਚ ਸਾਨੂੰ ਸਮਝਾਉਣ ਦਾ ਪਰਉਪਕਾਰ ਕੀਤਾ ਹੈ। ਮਸਲਨ ਜਿਵੇਂ ਅਸੀਂ ਉਦਾਹਰਣ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਦੀ ਜਪਜੀ ਸਾਹਿਬ ਦੀ ਪਾਵਨ ਬਾਣੀ 'ਚੋਂ ਲੈ ਲਈਏ,
ਜਿਨ੍ਹਾਂ ਲੋਕਾਂ ਨੇ ਕਿਸੇ ਸੋਨੇ ਦਾ ਕੰਮ ਕਰਨ ਵਾਲੇ ਸੱਜਣ ਦੀ ਦੁਕਾਨ ਤੇ ਉਸ ਨੂੰ ਕੰਮ ਕਰਦਿਆਂ ਨੇੜਿਓਂ ਹੋ ਕੇ ਵੇਖਿਆ, ਉਹ ਇਹਨਾਂ ਸਾਰੀਆਂ ਉਦਾਹਰਨਾਂ ਨੂੰ ਬੜੀ ਛੇਤੀ ਸਮਝ ਜਾਣਗੇ। ਜਤ ਪਹਾਰਾ, ਧੀਰਜ ਸੁਨਿਆਰ, ਅਹਰਣ ਮਤ, ਵੇਦ ਹਥਿਆਰ, ਭਉ ਖੱਲਾ, ਅਗਨ ਤਪ ਤਾਓ, ਭਾਂਡਾ ਭਾਓ, ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ, ਸੱਚੀ ਟਕਸਾਲ, ਜਿਨ ਕਉ ਨਦਰ ਕਰਮ, ਤਿਨ ਕਾਰ ਨਾਨਕ, ਨਦਰੀ ਨਦਰ ਨਿਹਾਲ। ਦੁਕਾਨ ਦੇ ਵਿੱਚ ਕੋਈ ਚੀਜ਼ਾਂ ਨੇ, ਪਹਾਰਾ ਦੁਕਾਨ ਨੂੰ ਕਹਿੰਦੇ ਨੇ। ਇੱਕ ਅਹਰਣ ਹੈ, ਭੱਠੀ ਹੈ, ਭਾਂਡਾ ਹੈ, ਛੋਟੀ ਜਿਹੀ ਹਥੌੜੀ ਹੈ, ਸੁਹਾਗਾ ਹੈ, ਜਿਸ ਦੇ ਨਾਲ ਸੋਨੇ ਨੂੰ ਢਾਲਿਆ ਜਾਣਾ ਹੈ। ਉਸ ਭੱਠੀ ਦੀ ਅੱਗ ਨੂੰ ਮਘਾਈ ਰੱਖਣ ਵਾਸਤੇ, ਬਲਦੀ ਰੱਖਣ ਵਾਸਤੇ ਇੱਕ ਖੱਲਾ ਹੁੰਦਾ ਸੀ। ਉਹਦੇ ਨਾਲ ਹਵਾ ਉਸ ਨੂੰ ਨੱਪ ਕੇ ਅਤੇ ਭੱਠੀ ਦੇ ਕੋਲਿਆਂ ਨੂੰ ਮਘਾਇਆ ਜਾਂਦਾ ਸੀ। ਮਹਾਰਾਜ ਨੇ ਉਹ ਸਾਰੇ ਸ਼ਬਦ ਵਰਤ ਕੇ, ਸਾਰੀ ਉਦਾਹਰਣ ਦੇ ਕੇ ਉਪਦੇਸ਼ ਕੀ ਦਿੱਤਾ ਹੈ। ਜਤ, ਸਤ, ਧੀਰਜ, ਘਾਲਣਾ, ਹਿਰਦੇ ਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਵਸਾ ਕੇ ਗੁਰੂ ਸ਼ਬਦ ਰਾਹੀਂ ਆਪਣੇ ਆਤਮਿਕ ਜੀਵਨ ਨੂੰ ਸੋਨੇ ਦੇ ਗਹਿਣੇ ਵਾਂਗ ਘੜਨਾ। ਸਾਰੀਆਂ ਉਦਾਹਰਨਾਂ ਮਹਾਰਾਜ ਨੇ ਸਧਾਰਨ ਜੀਵਨ ਦੀਆਂ ਲਈਆਂ। ਹੋਰ ਵੇਖੀਏ, ਜਿਵੇਂ ਕੋਈ ਮਿੱਟੀ ਦੇ ਭਾਂਡੇ ਬਣਾਉਣ ਵਾਲਾ ਸੱਜਣ ਜਿਹੜਾ, ਉਹ ਪਹਿਲਾਂ ਬੜੀ ਚੀਕਣੀ ਅਤੇ ਸਵਰੀ ਹੋਈ ਮਿੱਟੀ ਲੱਭਦਾ, ਉਸ ਨੂੰ ਉਹ ਗੁੰਨਦਾ, ਬਣਾਉਂਦਾ, ਸਵਾਰਦਾ, ਯੋਗ ਬਣਾਉਂਦਾ ਕਿ ਜਿਸ ਨਾਲ ਉਹ ਭਾਂਡੇ ਨੂੰ ਘੜ ਸਕੇ। ਫਿਰ ਉਹਨੂੰ ਉਹ ਚੱਕ ਦੇ ਉੱਤੇ ਰੱਖ ਕੇ ਉਸ ਮਿੱਟੀ ਨੂੰ ਬਾ ਤਰਤੀਬ ਚੱਕ ਨੂੰ ਘੁਮਾ ਕੇ ਅਤੇ ਫਿਰ ਉਸ ਭਾਂਡੇ ਦੇ ਅੰਦਰ ਅਤੇ ਬਾਹਰ ਹੱਥ ਰੱਖ ਕੇ ਉਸ ਨੂੰ ਸਵਾਰਦਾ ਵੀ ਜਾਂਦਾ ਅਤੇ ਘੜਦਾ ਵੀ ਜਾਂਦਾ। ਅਤੇ ਕਈ ਤਰ੍ਹਾਂ ਦੇ ਭਾਂਡੇ ਘੜ ਕੇ ਉਹ ਉਹਨਾਂ ਭਾਂਡਿਆਂ ਨੂੰ ਫਿਰ ਪਕਾਉਂਦਾ, ਭੱਠੀ ਦੇ ਵਿੱਚ ਰੱਖ ਕੇ, ਆਵੇ ਦੇ ਵਿੱਚ ਰੱਖ ਕੇ ਉਹਨਾਂ ਨੂੰ ਪਕਾ ਕੇ ਫਿਰ ਉਹ ਵੇਚਦਾ। ਮਹਾਰਾਜ ਨੇ ਬਾਣੀ ਵਿੱਚ ਆਪੇ ਭਾਂਡੇ ਸਾਜਿਅਨ, ਜਿਉਂ ਚੱਕ ਘੁਮਿਆਰ ਭਵਾਇਆ, ਇਹ ਉਦਾਹਰਨਾਂ ਵੀ ਬਾਣੀ ਦੇ ਵਿੱਚ ਵਰਤ ਲਈ। ਹੋਰ ਵੇਖੋ, ਕੋਈ ਲੋਹੇ ਦਾ ਕੰਮ ਕਰਨ ਵਾਲਾ ਸੱਜਣ ਜਿਹੜਾ, ਉਹਦਾ ਕੰਮ ਥੋੜ੍ਹਾ ਦੂਜਿਆਂ ਨਾਲੋਂ ਜ਼ੋਰਦਾਰ ਹੈ। ਬੇਢੰਗੇ ਲੋਹੇ ਨੂੰ ਭੱਠੀ ਦੇ ਵਿੱਚ ਤਪਾਉਣਾ, ਲਾਲ ਸੁਰਖ ਕਰਕੇ ਅਹਰਣ ਦੇ ਉੱਤੇ ਰੱਖਣਾ। ਅਹਰਣ ਲੋਹੇ ਦੇ ਇੱਕ ਟੁਕੜ ਨੂੰ ਕਹਿੰਦੇ ਨੇ, ਵੱਡੇ ਨੂੰ, ਭਾਰੇ ਨੂੰ। ਫਿਰ ਹਥੌੜੇ ਦੀਆਂ ਸੱਟਾਂ ਮਾਰ ਮਾਰ ਕੇ ਉਸ ਨੂੰ ਸਿੱਧਾ ਕਰਨਾ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਕ ਜਿਹੋ ਜਿਹੀ ਸ਼ਕਲ ਉਹ ਦੇਣਾ ਚਾਹੁੰਦਾ ਉਹ ਦੇਣੀ। ਹੋਰ ਵੇਖੋ, ਮੁਹਾਵਤ ਹਾਥੀ ਦੇ ਉੱਤੇ ਸਵਾਰ ਹੁੰਦਾ ਅਤੇ ਹਾਥੀ ਦੀ ਤਾਕਤ ਤੋਂ ਉਹ ਕੰਮ ਲੈਂਦਾ। ਉਹਦੇ ਹੱਥ ਦੇ ਵਿੱਚ ਇੱਕ ਅਹਰਣ ਹੁੰਦੀ ਹੈ, ਖਿਮਾ ਕਰਨਾ, ਉਹਦੇ ਹੱਥ ਦੇ ਵਿੱਚ ਇੱਕ ਛਟੀ ਹੈ, ਭਾਵੇਂ ਉਹ ਲੋਹੇ ਦੀ ਹੋਵੇ ਜਾਂ ਲੱਕੜ ਦਾ ਛੋਟਾ ਜਿਹਾ ਡੰਡਾ ਹੋਵੇ, ਉਹਨੂੰ ਅੰਕਸ਼ ਕਹਿੰਦੇ ਨੇ। ਭਾਰੀ ਭਾਰੀ ਚੀਜ਼ਾਂ ਚੁੱਕ ਕੇ ਉਹ ਹਾਥੀ ਜਿਹੜਾ ਆਪਣੀ ਸੁੰਡ ਦੇ ਨਾਲ ਦੂਜੀ ਜਗ੍ਹਾ ਤੱਕ ਪਹੁੰਚਾਉਂਦਾ ਅਤੇ ਉਹ ਤੋਂ ਕੰਮ ਲੈਣ ਵਾਲਾ ਮੁਹਾਵਤ, ਹਾਥੀ ਦਾ ਜ਼ੋਰ ਕੰਮੇ ਲੱਗ। ਹਸਤੀ ਸਿਰ ਜਿਉ ਅੰਕਸ਼ ਹੈ, ਅਹਰਣ ਜਿਉਂ ਸਿਰ 'ਤੇ। ਮਹਾਰਾਜ ਨੇ ਇਹ ਵੀ ਉਦਾਹਰਨਾਂ ਬਾਣੀ ਦੇ ਵਿੱਚ ਵਰਤ ਲਈਆਂ। ਸਤਿਗੁਰੂ ਨੇ ਆਮ ਘਰ ਦੀਆਂ ਉਦਾਹਰਨਾਂ, ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਆਪਣੇ ਗਰਭ ਵਿੱਚ ਪਾਲਦੀ ਹੈ, ਉਸ ਨੂੰ ਜਨਮ ਦਿੰਦੀ ਹੈ ਅਤੇ ਉਸ ਦੀ ਪਰਵਰਿਸ਼ ਕਰਦੀ, ਉਸ ਦੇ ਖਾਣ ਪੀਣ, ਪਹਿਨਣ, ਸਫਾਈ ਦਾ ਧਿਆਨ ਰੱਖਦਿਆਂ ਹੋਇਆਂ ਉਸ ਦੇ ਨਾਲ ਕੁਝ ਉਮੀਦਾਂ ਵੀ ਪਾਲ, ਉਹਦੀਆਂ ਕੁਝ ਇੱਛਾਵਾਂ ਵੀ ਹੁੰਦੀਆਂ ਨੇ ਆਪਣੇ ਬੱਚੇ ਦੇ ਪ੍ਰਤੀ। ਜਿਉਂ ਜਨਨੀ ਗਰਭ ਪਾਲਤੀ, ਸੁਤ ਕੀ ਕਰ ਆਸਾ, ਵੱਡਾ ਹੋਏ ਧਨ ਖਾਟ ਦੇ ਕਰ ਭੋਗ ਬਿਲਾਸਾ। ਉਹ ਸਾਰੀਆਂ ਸਾਡੇ ਪਰਿਵਾਰਕ ਜੀਵਨ ਦੀਆਂ ਉਦਾਹਰਨਾਂ ਵੀ ਗਰੀਬ ਨਵਾਜ਼ ਨੇ ਬਾਣੀ ਦੇ ਵਿੱਚ ਵਰਤੀਆਂ। ਕੋਈ ਆਪਣੇ ਸਰੀਰ ਦੇ ਉੱਤੇ ਸ਼ਿੰਗਾਰ ਕਰਦਾ, ਸ਼ਿੰਗਾਰ ਕਾਹਦੇ ਲਈ ਕਰਦਾ? ਉਹ ਸੋਹਣਾ ਲੱਗਣ ਵਾਸਤੇ, ਦੂਸਰੇ ਦੀ ਅੱਖ ਨੂੰ ਮੈਂ ਚੰਗਾ ਲੱਗਾ, ਇਸ ਕਰਕੇ ਕੋਈ ਮਨੁੱਖ ਬਹੁਤਾ ਖਰਚੀਲਾ ਸ਼ਿੰਗਾਰ ਆਪਣੇ ਤਨ ਦੇ ਉੱਤੇ ਕਰਦਾ, ਦੂਜੇ ਦੀ ਅੱਖ ਨੂੰ ਮੈਂ ਭਾ ਜਾਵਾਂ, ਚੰਗਾ ਲੱਗਾ। ਇਹ ਕੋਸ਼ਿਸ਼ ਹੁੰਦੀ ਹੈ। ਸ਼ਿੰਗਾਰ ਦਾ ਅਰਥ ਹੀ ਹੈ ਦੂਜੇ ਨੂੰ ਚੰਗਾ ਲੱਗਣ ਵਾਲਾ ਕੰਮ, ਦੂਜੇ ਨੂੰ ਭਾ ਜਾਣ ਵਾਲਾ ਕੰਮ। ਔਰ ਸਤਿਗੁਰੂ ਨੇ ਬਾਣੀ ਅੰਦਰ ਉਹ ਵੀ ਉਦਾਹਰਣ ਵਰਤੀ ਕਿ ਕਿਹੜਾ ਕਿਹੜਾ ਸ਼ਿੰਗਾਰ ਸਧਾਰਨ ਜੀਵਨ ਵਿੱਚ ਮਨੁੱਖ ਆਪਣੇ ਸਰੀਰ ਨੂੰ ਫਿਜ਼ੀਕਲੀ ਸੋਹਣਾ ਦਿਸਣ ਵਾਸਤੇ ਕਰਦਾ ਹੈ, ਪਰ ਇੱਕ ਸ਼ਿੰਗਾਰ ਐਸਾ ਹੈ ਜਿਹੜਾ ਮਨ ਅਤੇ ਆਤਮਾ ਨੂੰ ਸੋਹਣਿਆ ਬਣਾਉਣ ਵਾਸਤੇ ਕਰਨਾ ਪੈਂਦਾ।
ਤੋ ਇਹ ਸਾਰੀਆਂ ਉਦਾਹਰਨਾਂ ਬਹੁਤ ਨੇ, ਜਿੰਨੀਆਂ ਤੁਸੀਂ ਉਦਾਹਰਨਾਂ ਗੁਰੂ ਗ੍ਰੰਥ ਸਾਹਿਬ 'ਚੋਂ ਵਰਤੀ ਜਾਓ। ਕਿਸੇ ਮੰਦਰ ਵਿੱਚ ਕੋਈ ਪੁਜਾਰੀ ਖਾਸ ਚੀਜ਼ਾਂ ਲੈ ਕੇ ਪੂਜਾ ਕਰ ਰਿਹਾ, ਮਹਾਰਾਜ ਨੇ ਉਹਦੀ ਉਦਾਹਰਨ ਵਰਤੀ, ਤੇਰਾ ਨਾਮ ਕਰੀ ਚਰਨਾਠੀਆ ਜੇ ਮਨ ਉਰਸਾ ਹੋਏ, ਕਰਨੀ ਕੁੰਗੂ ਜੇ ਰਲੈ ਘਾਟੇ ਅੰਤਰ ਪੂਜਾ ਹੋਏ, ਪੂਜਾ ਕੀਚੈ ਨਾਮ ਧਿਆਈਐ ਬਿਨ ਨਾਮੈ ਪੂਜ ਨਾ ਹੋਏ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਵੇਖਿਆ ਵੀ ਕੋਈ ਥਾਲੀ ਵਿੱਚ ਦੀਵੇ ਜਗਾ ਕੇ ਕਿਸੇ ਮੂਰਤੀ ਸਾਹਮਣੇ ਖਲੋ ਕੇ ਉਹਦੀ ਆਰਤੀ ਕਰਦਾ। ਮਹਾਰਾਜ ਗੁਰੂ ਨਾਨਕ ਸਾਹਿਬ ਦਾ ਆਪਾਂ ਇਹ ਵਾਕ ਰੋਜ਼ ਪੜ੍ਹਦੇ, ਗਗਨ ਮੈ ਥਾਲ ਰਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ। ਉਦਾਹਰਨਾਂ ਸਤਿਗੁਰੂ ਨੇ ਉਹਨਾਂ ਦੀ ਆਰਤੀ ਦੀਆਂ ਲਈਆਂ ਤੇ ਸਾਨੂੰ ਸੱਚੀ ਆਰਤੀ ਦਾ ਉਪਦੇਸ਼ ਆਪਣੀ ਪਾਵਨ ਬਾਣੀ ਵਿੱਚ ਦਿੱਤਾ। ਯਾਦ ਰਹੇ, ਆਰਤੀ ਦੇ ਸਿਰਲੇਖ ਹੇਠ ਕੇਵਲ ਇੱਕੋ ਸ਼ਬਦ ਹੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਉਹ ਹੈ ਧਨਾਸਰੀ ਰਾਗ ਵਿੱਚ। ਧਨਾਸਰੀ ਮਹਲਾ ਪਹਿਲਾ ਆਰਤੀ। ਗਗਨ ਮੈ ਥਾਲ ਰਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ। ਇਹ ਇਕੱਲਾ ਸ਼ਬਦ, ਇਹ ਕਹਿਰਾ ਸ਼ਬਦ ਹੀ ਆਰਤੀ ਦੇ ਸਿਰਲੇਖ ਦੇ ਥਾਂ ਦਰਜ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇਵੇਂ ਵੱਖ-ਵੱਖ ਉਦਾਹਰਨਾਂ ਦਿੱਤੀਆਂ ਤੇ ਉਦਾਹਰਣ ਮਹਾਰਾਜ ਨੇ ਖੇਤੀ ਦੀ ਵੀ ਵਰਤੀ, ਕਿਰਸਾਨੀ ਦੀ ਵੀ ਵਰਤੀ। ਇੱਕ ਕਿਰਸਾਨ ਜਿਹੜਾ ਉਹ ਪਹਿਲਾਂ ਤਾਂ ਰੁੱਤ ਵੇਖਦਾ ਵੀ ਕੀ ਫਸਲ ਬੀਜਣ ਦੀ ਰੁੱਤ ਹੈ, ਫਿਰ ਉਹ ਵੱਤਰ ਵੇਖਦਾ ਵੀ ਜ਼ਮੀਨ ਵਿੱਚ ਬੀਜ ਬੀਜਿਆ ਜਾਵੇ, ਜ਼ਮੀਨ ਦਾ ਮਿੱਟੀ ਦਾ ਵੱਤਰ ਹੈ। ਵੱਤਰ ਦਾ ਮਤਲਬ ਹੈ ਮਿੱਟੀ ਦੀ ਯੋਗਤਾ ਹੈ ਕਿ ਉਹਦੇ ਵਿੱਚ ਬੀਜ ਸੁੱਟਿਆ ਜਾਏ ਤੇ ਬੀਜ ਅੰਕੁਰ ਫੁੱਟ ਪਵੇ, ਨਾ ਬਹੁਤੀ ਤਰ ਹੋਵੇ ਤੇ ਨਾ ਬਹੁਤੀ ਖੁਸ਼ਕ ਹੋਵੇ, ਉਹਨੂੰ ਕਹਿੰਦੇ ਨੇ ਵੱਤਰ ਹੋਣਾ। ਸੂਤ ਆ ਜਾਣੀ ਮਿੱਟੀ, ਯੋਗ ਹੋਣੀ ਮਿੱਟੀ, ਫਿਰ ਉਹ ਚੰਗਾ ਤੇ ਸਾਬਤ ਬੀਜ ਲੱਭਦਾ। ਫਿਰ ਉਸ ਜ਼ਮੀਨ ਨੂੰ ਵਾਹੁੰਦਾ ਹੈ, ਬੀਜ ਬੀਜਦਾ ਹੈ, ਸੁਹਾਗਾ ਫੇਰਦਾ ਹੈ, ਫਸਲ ਉੱਗ ਪੈਂਦੀ ਹੈ, ਫਿਰ ਉਸ ਦੀ ਉਹ ਗੋਡੀ ਵੀ ਕਰਦਾ, ਫਿਰ ਉਸ ਨੂੰ ਦਵਾਈ ਖਾਦ ਵੀ ਪਾਉਂਦਾ, ਫਿਰ ਉਸ ਵਿੱਚੋਂ ਨਦੀਨ ਵੀ ਪੁੱਟਦਾ, ਉਸ ਨੂੰ ਪਾਣੀ ਵੀ ਦਿੰਦਾ, ਉਸ ਨੂੰ ਪਾਲਦਾ ਵੀ ਹੈ, ਉਸ ਨੂੰ ਅਵਾਰਾ ਪਸ਼ੂਆਂ ਤੋਂ ਵੀ ਬਚਾਉਂਦਾ। ਫਿਰ ਉਹ ਅਨਾਜ ਜਿਸ ਵੇਲੇ ਉਹ ਫਸਲ ਪੱਕ ਜਾਂਦੀ ਹੈ ਤੇ ਅਨਾਜ ਦਾ ਉਹ ਬੋਝ ਲਾਉਂਦਾ, ਫਿਰ ਉਹਦੇ ਵਿੱਚੋਂ ਦਾਣਿਆਂ ਨੂੰ ਕੱਢਦਾ, ਅਨਾਜ ਨੂੰ ਤੇ ਫੋਕ ਨੂੰ ਵੱਖਰਾ ਵੱਖਰਾ ਕਰਦਾ। ਮਹਾਰਾਜ ਨੇ ਸਾਰੀਆਂ ਉਦਾਹਰਨਾਂ ਬਾਣੀ 'ਚ ਵਰਤੀ ਤੇ ਉਪਦੇਸ਼ ਇਹਦੇ ਵਿੱਚੋਂ ਕੀ ਦਿੱਤਾ, ਅਬ ਕਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ ਅੰਨ ਰੁੱਤ ਨਾਹੀ ਨਾਹੀ, ਰੇ ਮਨ ਵੱਤਰ ਬੀਜਣ ਨਾਓ। ਵੱਤਰ ਦਾ ਮਤਲਬ ਆਪਾਂ ਹੁਣੇ ਜ਼ਿਕਰ ਸਾਂਝਾ ਕੀਤਾ ਤੇ ਸਤਿਗੁਰੂ ਨੇ ਇੱਥੋਂ ਤੱਕ ਵੀ ਕਿਹਾ, ਕਾਮ ਕ੍ਰੋਧ ਦੋਏ ਕਰੋ ਬਸੋਲੇ, ਗੋਡੋ ਧਰਤੀ ਪਾਈ। ਜਿਵੇਂ ਫਸਲ ਗੋਡੀ ਦੀ ਹੈ ਨਾ ਨਦੀਨ ਕੱਢਣ ਵਾਸਤੇ, ਕਾਮ ਤੇ ਕ੍ਰੋਧ ਨੂੰ ਇਸੇ ਤਰ੍ਹਾਂ ਹੀ ਆਪਣੇ ਔਜ਼ਾਰ ਬਣਾ ਲਓ, ਗੋਡੀ ਵਾਲੇ ਕਸੀਏ ਬਣਾ ਲਓ ਤੇ ਉਹਨਾਂ ਕਸੀਆਂ ਦੇ ਨਾਲ ਆਪਣੇ ਹਿਰਦੇ ਦੀ ਭੂਮੀ ਨੂੰ ਗੋਡੋ, ਭਾਵ ਇਹਦੇ ਅੰਦਰ ਦੀਆਂ ਬੁਰਾਈਆਂ ਨੂੰ ਛਾਂਟ ਛਾਂਟ ਕੇ ਬਾਹਰ ਕੱਢੋ। ਬੁਰਾਈ ਪੁੱਟਦੇ ਰਹੋ ਤੇ ਚੰਗਿਆਈ ਨੂੰ ਪ੍ਰਫੁੱਲਤ ਕਰਦੇ ਰਹੋ। ਜੇ ਤੁਸੀਂ ਬੁਰਾਈ ਨੂੰ ਪ੍ਰਫੁੱਲਤ ਕਰਦੇ ਰਹੋਗੇ ਤੇ ਇਕੱਲੇ ਨਦੀਨ ਹੀ ਰਹਿ ਜਾਣਗੇ, ਫਸਲ ਕੋਈ ਨਹੀਂ ਰਹਿਣੀ ਜੀਵਨ 'ਚ। ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਨੇ ਬੜਾ ਸੌਖਾ ਵਾਕ ਲਿਖਿਆ, ਮਨ ਹਾਲੀ, ਮਨ ਨੂੰ ਹਾਲੀ ਬਣਾ। ਹਾਲੀ ਕਹਿੰਦੇ ਨੇ ਜਿਹੜਾ ਹਲ ਵਾਹੁੰਦਾ, ਮਨ ਨੂੰ ਹਾਲੀ ਬਣਾ। ਕਿਰਸਾਣੀ ਕਰਨੀ, ਕਰਨੀ ਦਾ ਮਤਲਬ ਹੁੰਦਾ ਹੈ ਆਚਰਣ, ਕਰੈਕਟਰ। ਕਰੈਕਟਰ ਕਿਰਸਾਨ ਵਰਗਾ ਬਣਾ। ਕਿਵੇਂ ਦਾ? ਕਿਰਸਾਨ ਦੇ ਕੋਲ ਕੀ ਹੈ? ਉਦਮ, ਯਤਨ, ਮਿਹਨਤ, ਘਾਲਣਾ। ਹੁਣ ਜੇ ਉਹਨੂੰ ਇਹ ਹੋਵੇ ਨਾ ਵੀ ਮੰਨ ਲਓ ਲਾਈਟ ਜਿਹੜੀ ਹੈ ਰਾਤ ਨੂੰ ਆਉਣੀ ਹੋਵੇ ਤੇ ਉਹ ਸੋਚੇ ਵੀ ਕੋਈ ਨਹੀਂ, ਕੱਲ੍ਹ ਨੂੰ ਸਹੀ, ਪਰਸੋਂ ਸਹੀ, ਤੇ ਮੋਟਰ ਦਾ ਸਵਿੱਚ ਦੱਬਣ ਵੀ ਨਾ ਜਾਵੇ ਤੇ ਪਾਣੀ ਲਾਉਣ ਵੀ ਨਾ ਜਾਵੇ, ਇਸ ਤਰ੍ਹਾਂ ਤਾਂ ਸਾਰਾ ਸਮਾਂ ਉਹ ਸੁੱਤੇ ਹੀ ਕੱਢ ਦੇਵੇ ਤੇ ਕੀ ਬਿਨਾਂ ਉਦਮ ਤੋਂ ਆਪਣੀ ਫਸਲ ਨੂੰ ਪਾਲ ਸਕਦਾ? ਉੱਧਰੋਂ ਵੱਤਰ ਹੋਵੇ, ਉੱਧਰੋਂ ਰੁੱਤ ਹੋਵੇ ਤੇ ਉਹ ਬੀਜ ਲੈਣ ਹੀ ਨਾ ਜਾਵੇ ਤੇ ਬੀਜਣ ਹੀ ਨਾ ਜਾਵੇ, ਕੋਈ ਨਹੀਂ 10 ਦਿਨ ਹੋਰ ਸਹੀ, ਨਹੀਂ, ਉਹ ਤਾਂ ਰੋਟੀ ਭੁੱਲ ਜਾਂਦਾ, ਉਹ ਨੇੜੇ ਵਾਲਿਆਂ ਦੇ ਵਿਆਹ ਛੱਡ ਦਿੰਦਾ, ਮਰਨੇ ਪਰਨੇ ਛੱਡ ਦਿੰਦਾ ਵੀ ਨਹੀਂ, ਵੱਤਰ ਲੰਘ ਗਿਆ ਤੇ ਬਹੁਤ ਕਸੂਤਾ ਕੰਮ ਹੋਏਗਾ। ਵਕਤ ਗੁਜ਼ਰ ਗਿਆ ਤੇ ਫਿਰ ਬੀਜ ਪਾਏ ਦਾ ਕੋਈ ਫਾਇਦਾ ਨਹੀਂ, ਕਿਉਂਕਿ ਇਹਨੇ ਉੱਗਣਾ ਨਹੀਂ, ਇਹਦਾ ਸਮਾਂ ਹੁੰਦਾ। ਫਸਲ ਨੂੰ ਗੋਡਣਾ ਹੋਵੇ ਤੇ ਉਹ ਕਤਾਈ ਕਰੇ ਤੇ ਉਹਦੇ ਆਂਢ ਗੁਆਂਢ ਵਾਲੇ ਹੀ ਉਹਨੂੰ ਮਿਹਣੇ ਮਾਰਦੇ ਨੇ ਵੀ ਤੂੰ ਕਿੱਥੇ ਰਹਿਣਾ,
तेरी फसल विच किन्ना किन्ना गोडे गोडे नदीन खड़ा। महाराज ने आख्या भी मन नूं हाली बना ते जिहड़ी करनी वो किरसान वर्गी, भाव उद्यमशील हो। तैनूं जिंदगी दे विच उद्यम, मेहनत ते घालना दा सुभाਅ बनाउणा पएगा। आलस वाले सुभाਅ नाल तूं अपने अंदर दी चंगी खेती नूं, भाव गुणां नूं पाल नहीं सकदा। हुण मनुख सोचे, साडा सारिਆਂ ਦਾ रवैया जिहड़ा है वो अपने धर्म असूलों के प्रति इस तरह का ही है। बाणी पढ़ लो, पढ़ लवांगे जी, कदों पढ़ोगे, अजे असी बिजी हाँ। तुसी सत्संग कर लो, समा नहीं है। घर विच बाणी का पाठ कर लो, मन नहीं टिकदा। ये सारे असी आले दुआले इहो जिहे बहाने घड़ के, ये मतलब इहदा की हुंदा है भी असल विच असी अपने अंदर दी जिहड़ी उद्यमहीनता दी बिरती है ना, कि उद्यम नहीं करना, यतन नहीं करना, उस नूं प्रोटैक्ट करन वास्ते, अपने आलस नूं प्रोटैक्ट करन वास्ते उहदे लई असी कई तरह दे दलीलां कढदे, लॉजिक पैदा करदे। जां असीं ये कहांगे साडी किहड़ी अजे उम्र है, बुढ़े होवांगे तो कर लवांगे। जदों तैनूं पता ही ना लग्या, अखां दी जोत घट गई, कन्नां दी सुणन शक्ति घट गई, गोडे दुखण लग पए, बैठा ना गया, शरीर ने तंगी महसूस की, जदों तैनूं सहारे दी लोड़ पई, फिर तू की करेगा? ये जिहड़ी चीज़ है ना, इस नूं महाराज ने कहा भी जे तू चाहुंदा भी तेरी जिंदगी दे विच धर्म रहे, असूल रहे, सच रहे, गुरु दी बाणी दा अभ्यास रहे, ते अभ्यास लई तैनूं उद्यमशील होना पैना। आलस नाल गल नहीं बनेगी। अज दा काम जे कल ते छड्डदा रहेगा, पेंडिंग पाउंदा रहेगा, डिले करदा रहेगा, तो इहदा मतलब है तू आलस दे रोग दा शिकार है। ये आलस तैनूं तुर नहीं देगा। तो असीं इहनूं डिले करते रहने, डिले करते रहने, और बड़ी वड्डी उम्मीद उत्ते डिले करते भी कर लवांगे। जदों भी कोई साझा काम होवे तो लोग इस तरह डिले करते हैं, कोई धर्म का काम होवे तो उन्होंने डिले करते हैं। वैसे महाराज गुरु पंचम पातशाह ने फरमाया, श्री हजूर कहते हैं भी नह बिलंब धर्मं, भी चंगे काम का कोई भी तुहानूं मौका बने ना, सबब बने, तो बिल्कुल देरी ना करो। कई बार कीती हुई देरी जिहड़ी है वो नेक काम नूं करन तो तुहानूं खुंझा देंदी, फिर वो मौका नहीं बनता, वो सबब नहीं बनता, वो घड़ी नहीं आउंदी, वो समा नहीं आउंदा, तो बड़ा वक्त लंघ जा, उमरां लंघ जांदियां ने। कई बार वो नेक काम करन वाला उवें पिया रह जाता। तो सतगुरु नूं पुछया, महाराज जे धर्म के काम विच देरी नहीं करनी, भाव नेक अमल विच देरी नहीं करनी, तो देरी किहड़े काम च करनी चाहिए? सतगुरु कहंदे पाप माड़ा काम करन दे विच हमेशा ही बहाना करो, कोशिश करो किसी तरह डिले हो जाए, वक्त टल जाए। हो सकदा उहदे 2 घड़ियां दा वक्त टल गया तो तुसी उस गुनाह अमल तो बच जाओ, उस पाप बिरती तो बच जाओ। नह बिलंब धर्मं बिलंब पापम, माड़े काम विच देरी करो ते नेक काम विच बिना देरी तो जुट जाओ। इसनूं सहब सतगुरु महाराज ने कहा है किरसाणी करनी, उद्यमशील होना, मेहनती बनना। ते तीसरा वचन की क्या? मन हाड़ी किरसाणी करनी श्रम पाणी। श्रम का मतलब है मेहनत। एक लफ्ज़ बाणी दे विच शर्म आउंदा है ते एक श्रम आउंदा है। स्वरूप दोवां दा इक्को जिहा हुंदा है, पर जे अर्थ मुताबक उचारण करिए तो श्रम रारे नूं काली विच बोलना हुंदा है तो श्रम बन जाता है। श्रम मेहनत हो जाता है तो शर्म संग हो जाता है। जिवें असीं वाक पढ़ते ना, शर्म धर्म दोए छप होलोए, इत्थे हुण शर्म नहीं पढ़ांगे, शर्म। शर्म आपां कहने हया नूं, ते वाक वेखो किड्डा प्यारा है महाराज दा, जिथे दोवें चीज़ां ना, ना शर्म होवे ते ना धर्म होवे। कईयां दे पल्ले धर्म हुंदा है, बिरती च धर्म होवे, बंदा कहंदा नहीं ये काम नहीं करना। कईयां दी बिरती च धर्म नहीं हुंदा, संसार दी हया हुंदी। घट्टो घट्ट दुनिया दी जमाने दी संग होण, अंदरों भावें बुरे ही होण ते फिर भी रुक जाते हैं भी नहीं, एवें क्यों करना, एवें लोग की कहणगे।
ਉਹ ਕਈ ਵਾਰ ਉਹ ਸ਼ਰਮ, ਸੰਸਾਰ ਦੀ ਹਯਾ, ਲੋਕ ਲੱਜਾ ਜਿਹੜੀ ਹੈ ਉਹਨਾਂ ਨੂੰ ਮਾੜੇ ਕੰਮ ਤੋਂ ਰੋਕ ਲੈਂਦੀ ਹੈ। ਉਹ ਵੀ ਭਲਾ ਕਰ ਜਾਂਦੀ ਹੈ। ਕਈ ਵਾਰ ਹਰ ਚੀਜ਼ ਦੇ ਨੈਗੇਟਿਵ ਪੋਜ਼ੀਟਿਵ ਪੱਖ ਹੁੰਦੇ ਨੇ। ਅਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਕਿਹਾ, ਜਿੱਥੇ ਸ਼ਰਮ ਵੀ ਨਾ ਰਹਿ ਜਾਏ ਅਤੇ ਧਰਮ ਵੀ ਨਾ ਪੱਲੇ ਹੋਵੇ, ਉੱਥੇ ਫਿਰ ਝੂਠ ਨੂੰ ਉੱਤਮ ਹੋਣ ਤੋਂ ਕੌਣ ਰੋਕ ਸਕਦਾ? ਉੱਥੇ ਝੂਠ ਸ਼੍ਰੋਮਣੀ ਹੋਏ, ਝੂਠ ਦੀ ਪਦਵੀ ਉੱਚੀ ਹੋਏਗੀ, ਫਿਰ ਉਹਨੂੰ ਕੌਣ ਰੋਕ ਸਕਦਾ ਕੋਈ ਮੰਦਾ ਅਮਲ ਕਮਾਉਣ ਤੋਂ? ਕਿ ਸੁਰਤ ਵਿੱਚ ਧਰਮ ਨਹੀਂ ਅਤੇ ਜ਼ਮਾਨੇ ਦੀ ਸ਼ਰਮ ਨਹੀਂ। ਸ਼ਰਮ ਧਰਮ ਦੋਇ ਛਪ ਖਲੋਏ, ਕੂੜ ਫਿਰੈ ਪ੍ਰਧਾਨ ਵੇਲਾ ਲੋ। ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਹਿਆ ਭਰਪੂਰ। ਤੋ ਸਤਿਗੁਰੂ ਨੇ ਤੀਜਾ ਵਾਕ ਕਿਹਾ। ਮਹਾਰਾਜ ਕਹਿੰਦੇ, ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ। ਮਿਹਨਤ ਦਾ ਪਾਣੀ ਦੇ, ਮਨ ਨੂੰ ਹਾਲੀ ਬਣਾ, ਕਿਸਾਨ ਵਰਗਾ ਉਦਮ ਕਰ ਅਤੇ ਮਿਹਨਤ ਦਾ ਪਾਣੀ ਪਾ। ਘਾਲਣਾ, ਜਿਸ ਨੂੰ ਆਪਾਂ ਕਹਿੰਦੇ ਘਾਲਣਾ, ਸੰਘਰਸ਼ ਕਰਨਾ, ਸਟਰਗਲ ਕਰਨਾ। ਤਨ ਖੇਤ, ਅਤੇ ਖੇਤ ਕੀ ਹੋਵੇ? ਤੇਰਾ ਤਨ, ਤੇਰਾ ਜਿਸਮ, ਤੇਰਾ ਜੀਵਨ। ਭਾਵ ਤੇਰੇ ਪੰਜੇ ਗਿਆਨ ਇੰਦਰੇ ਜਿਹੜੇ ਹਨ, ਇਹਨਾਂ ਦਾ ਜਿਹੜਾ ਮਾੜਾ ਅਭਿਆਸ, ਤੂੰ ਗਲਤ ਚੀਜ਼ਾਂ ਦਾ ਅਭਿਆਸ ਇਹ ਸਰੀਰ, ਇਸ ਬੋਡੀ ਨਾਲ ਕਰਨਾ ਹੈ। ਅੱਖਾਂ ਨਾਲ ਪਰਾਇਆ ਰੂਪ ਵੇਖਦਾ ਹੈ, ਮੇਰ ਤੇਰ ਜਾਂ ਵੈਰ ਭਾਵ ਨਾਲ ਤੱਕਦਾ। ਕੰਨਾਂ ਨੂੰ ਤੂੰ ਹਮੇਸ਼ਾ ਗਲਤ ਚੀਜ਼ਾਂ ਸੁਣਨ ਦਾ ਚਸਕਾ ਲਾ ਰੱਖਿਆ। ਸਹੀ ਗੱਲ ਕੋਈ ਨੇੜੇ ਵੀ ਕਰਦਾ ਹੋਵੇ ਤੇ ਤੇਰਾ ਧਿਆਨ ਨਹੀਂ ਹੁੰਦਾ, ਅਤੇ ਕੋਈ ਤੇਰੇ ਤੋਂ 1 ਮੀਲ ਦੀ ਦੂਰੀ 'ਤੇ ਵੀ ਖੜਾ ਹੋਵੇ, ਤੈਨੂੰ ਦਿਸ ਪਿਆ ਵੀ 2 ਬੰਦੇ ਗੱਲ ਕਰਦੇ ਨੇ ਅਤੇ ਬੰਦੇ ਵੀ ਇਹੋ ਜਿਹੇ ਨੇ, ਤੇਰੀ ਸੁਰਤ ਲਗਨ ਉੱਥੇ ਜਾ ਲੱਗਦੀ। ਤੇਰਾ ਜ਼ੋਰ ਲੱਗਾ ਹੁੰਦਾ ਵੀ ਕਿਸੇ ਤਰ੍ਹਾਂ ਮੇਰੇ ਕੰਨਾਂ ਤੱਕ ਵੀ ਇਹ ਗੱਲ ਪਹੁੰਚ ਜਾਏ। ਇਹ ਕੀ ਹੈ? ਚਸਕਾ ਨਹੀਂ ਤੇ ਹੋਰ ਕੀ ਹੈ? ਸਤਿਗੁਰੂ ਮਹਾਰਾਜ ਕਹਿੰਦੇ, ਤੇਰੇ ਗਿਆਨ ਇੰਦਰੀਆਂ ਨੂੰ, ਤਨ ਨੂੰ ਵਿਕਾਰਾਂ ਦੇ ਚਸਕੇ ਲੱਗ ਗਏ ਅਤੇ ਸਰੀਰ ਨੂੰ ਤੂੰ ਖੇਤ ਬਣਾ। ਕਿਉਂਕਿ ਜਿਹੜੀ ਫਸਲ ਪੈਦਾ ਹੋਣੀ ਉਹ ਸਰੀਰ ਦੇ ਖੇਤ ਵਿੱਚ ਹੀ ਪੈਦਾ ਹੋਣੀ। ਸਰੀਰ ਨੂੰ ਖੇਤ ਆਖਿਆ, ਮਨ ਨੂੰ ਹਾੜੀ ਆਖਿਆ। ਕਿਰਸਾਨ ਵਰਗਾ ਉਦਮ ਧਾਰਨ ਕਰ, ਮਿਹਨਤ ਦਾ ਪਾਣੀ ਪਾ ਕੇ ਇਸ ਫਸਲ ਨੂੰ ਪਾਲ। ਭਾਵ ਚੰਗੇ ਅਮਲ ਦਾ ਉਦਮ ਦੇ ਨਾਲ ਅਭਿਆਸ ਕਰਦਾ ਰਹਿ, ਅਤੇ ਇਹ ਅਭਿਆਸ ਮਨ ਕਰਕੇ ਕਰ। ਫਿਰ ਕੀ ਕਰਨਾ? ਨਾਮ ਬੀਜ। ਬੀਜ ਕਾਹਦਾ ਹੋਵੇ? ਨਾਮ ਦਾ, ਪਰਮੇਸ਼ਰ ਦੇ ਪ੍ਰੇਮ ਦਾ, ਰੱਬ ਦੀ ਬੰਦਗੀ ਦਾ, ਅਕਾਲ ਪੁਰਖ ਦੇ ਨਾਮ ਦਾ, ਉਹਦੀ ਇਬਾਦਤ ਦਾ। ਸੰਤੋਖ ਸੁਹਾਗਾ। ਫਿਰ ਜਦੋਂ ਸਿਆੜ ਕੱਢ ਕੇ ਬੀਜ ਦਾ ਛੱਟਾ ਦੇ ਲੈਂਦਾ ਕਿਸਾਨ, ਅਤੇ ਉਹਨੂੰ ਸੁਹਾਗ ਦਿੰਦਾ। ਸੁਹਾਗਾ ਫਿਰ ਉਹਨੂੰ ਪੱਧਰਾ ਕਰਨਾ, ਸਿਆੜ ਸਾਰੇ ਪੱਧਰੇ ਕਰ ਦਿੰਦਾ। ਸੰਤੋਖ ਦਾ, ਸੰਤੋਖ ਦਾ ਮਤਲਬ ਹੁੰਦਾ ਹੈ ਸੈਟਿਸਫੈਕਸ਼ਨ ਰੱਖਣੀ। ਜੋ ਤੂੰ ਕਮਾ ਰਿਹਾ ਉਹਦੇ 'ਤੇ ਸੈਟਿਸਫਾਈ ਹੋ। ਜੇ ਤੂੰ ਪਾਠ ਕਰ ਰਿਹਾ ਤਾਂ ਉਹਦੇ ਵਿੱਚੋਂ ਸੈਟਿਸਫੈਕਸ਼ਨ ਲੱਭਣ ਦੀ ਕੋਸ਼ਿਸ਼ ਕਰ, ਉਹਦੇ 'ਤੇ ਯਕੀਨ ਪਾਲ, ਭਰੋਸਾ ਰੱਖ। ਉਹਦੇ ਪ੍ਰਤੀ ਆਪਣੇ ਮਨ ਅੰਦਰ ਹੀਣ ਭਾਵਨਾ ਪੈਦਾ ਨਾ ਕਰ, ਉਹਨੂੰ ਖੁਸ਼ੀ ਖੁਸ਼ੀ ਨਿਭਾਉਣ ਦਾ ਯਤਨ ਕਰ। ਇਹਨੂੰ ਸੰਤੋਖ ਕਹਿੰਦੇ ਨੇ। ਵੀ ਬਾਕੀ ਭਟਕਣਾ ਨੂੰ ਛੱਡ ਕੇ ਉਸ ਕੰਮ ਦੇ ਉੱਤੇ ਇਕਾਗਰ ਚਿੱਤ ਹੋਣਾ, ਉਹਨੂੰ ਆਪਣਾ ਏਮ ਬਣਾ ਲੈਣਾ, ਉਹਦੇ ਵਿੱਚੋਂ ਆਨੰਦ ਪ੍ਰਾਪਤ ਕਰਨਾ। ਅਤੇ ਅਗਲਾ ਪੱਖ ਕੀ ਹੈ? ਰੱਖ ਗਰੀਬੀ ਵੇਸ। ਗਰੀਬੀ ਦਾ ਵੇਸ ਭਾਵ ਹੈ ਸਾਦਗੀ ਦਾ ਜੀਵਨ। ਚਮਕ ਦਮਕ ਤੋਂ ਆਪਣੇ ਜੀਵਨ ਨੂੰ ਭਟਕਣ ਤੋਂ ਬਚਾ। ਜਿਵੇਂ ਅੱਗੇ ਵੀ ਕਈ ਵਾਰ ਬਿਨੈ ਕੀਤੀ ਹੈ ਵੀ ਮਨੁੱਖ ਦੀ ਕਈ ਵਾਰ ਜ਼ਰੂਰਤ ਨਹੀਂ ਹੁੰਦੀਆਂ ਕੁਝ ਚੀਜ਼ਾਂ, ਪਰ ਅਸੀਂ ਉਹਨਾਂ ਚੀਜ਼ਾਂ ਲਈ ਜਿਹੜੀਆਂ ਜ਼ਰੂਰਤ ਨਹੀਂ ਹੁੰਦੀਆਂ, ਜਿਨ੍ਹਾਂ ਦਾ ਸਾਡੀ ਲਾਈਫ ਨੂੰ ਕੋਈ ਲਾਭ ਨਹੀਂ ਹੁੰਦਾ, ਅਸੀਂ ਉਹਨਾਂ ਪਿੱਛੇ ਕੇਵਲ ਚਸਕੇ ਅਤੇ ਚਮਕ ਦਮਕ ਦੇ ਮਾਰੇ ਹੋਏ ਦੌੜਦੇ ਹਾਂ। ਅਤੇ ਉਹਦੇ ਲਈ ਫਿਰ ਸਾਨੂੰ ਕੀ ਕੁਝ ਕਰਨਾ ਪੈਂਦਾ? ਸਾਡੀ ਹਾਲਤ ਨੂੰ ਬਿਆਨ ਕਰਦਿਆਂ ਨਾ ਭਗਤ ਕਬੀਰ ਸਾਹਿਬ ਨੇ ਇੱਕ ਵਾਕ ਕਿਹਾ, ਜਦੋਂ ਕਿਸੇ ਮਦਾਰੀ ਨੂੰ, ਕਿਉਂਕਿ ਮਦਾਰੀ ਨੂੰ ਆਪਣੇ ਤਮਾਸ਼ੇ ਵਿਖਾਉਣ ਲਈ ਬਾਂਦਰ ਦੀ ਲੋੜ ਪੈਂਦੀ ਹੈ, ਅਤੇ ਬਾਂਦਰ ਨੂੰ ਉਹਨੂੰ ਫੜਨਾ ਪੈਂਦਾ ਹੈ, ਅਤੇ ਬਾਂਦਰ ਨੂੰ ਫੜਨ ਦੀ ਉਹਦੇ ਕੋਲ ਇੱਕ ਕਲਾ ਹੈ, ਇੱਕ ਜੁਗਤ ਹੈ। ਬਾਣੀ ਦੇ ਵਿੱਚ ਕਈ ਉਦਾਹਰਨਾਂ ਨੇ। ਹਿਰਨ ਨੂੰ ਫੜਨ ਦੀ ਕਲਾ ਸ਼ਿਕਾਰੀ ਕੋਲ ਹੈ, ਉਹ ਇੱਕ ਆਵਾਜ਼ ਕੱਢਦਾ ਹੈ, ਇੱਕ ਨਾਦ ਵਜਾਉਂਦਾ ਹੈ।
ਇਸੇ ਤਰ੍ਹਾਂ ਹਾਥੀ ਨੂੰ ਕਾਬੂ ਕਰਨ ਦੀ ਕਲਾ ਮਨੁੱਖ ਦੇ ਕੋਲ ਹੈ। ਉਹਦੀ ਕਮਜ਼ੋਰੀ ਨੂੰ ਵਰਤ ਕੇ ਇੱਕ ਭਾਰੀ ਭਰਕਮ ਬਲਪੂਰਵਕ ਜੀਵ ਜਿਹੜਾ ਉਹਨੂੰ ਆਪਣੇ ਕੰਟਰੋਲ 'ਚ ਲੈ ਲੈਂਦਾ। ਹਰ ਚੀਜ਼ ਨੂੰ ਕਾਬੂ ਕਰਨ ਦਾ ਕੋਈ ਨਾ ਕੋਈ ਪੁਆਇੰਟ ਹੈ, ਕੋਈ ਨਾ ਕੋਈ ਕਮਜ਼ੋਰੀ ਹੈ, ਕੋਈ ਵੀਕਨੈਸ ਹੈ ਕਿਸੇ ਨਾ ਕਿਸੇ ਚੀਜ਼ ਦੀ। ਇੱਥੇ ਕੀ ਉਦਾਹਰਣ ਦਿੱਤੀ, ਕਹਿਣ ਲੱਗੇ ਵੀ ਉਹ ਫਿਰ ਕੀ ਕਰਦਾ ਵੀ ਛੋਟਾ ਜਿਹਾ ਕੁੱਜਾ ਲੈ ਕੇ ਨਾ, ਵੀ ਜਿਹਦੇ 'ਚ ਖੁੱਲ੍ਹਾ ਹੱਥ 'ਤੇ ਪੈ ਜਾਏ, ਵੀ ਜੇ ਹੱਥ ਦੀ ਮੁੱਠ ਬੰਦ ਕਰ ਲਈ ਜਾਏ ਤੇ ਉਹ ਨਾ ਬਾਹਰ ਨਿਕਲੇ। ਉਹਨੂੰ ਜ਼ਮੀਨ 'ਚ ਨੱਪ ਦਿੰਦਾ, ਵਿੱਚ ਦਾਣੇ ਪਾ ਦਿੰਦਾ, ਕੋਈ ਚੀਜ਼ ਪਾ ਦਿੰਦਾ ਜਿਹੜੀ ਉਹਨੂੰ ਪਸੰਦ ਹੋਵੇ। ਉਹ ਆਉਂਦਾ ਤੇ ਵਿੱਚ ਹੱਥ ਪਾਉਂਦਾ। ਹੁਣ ਹੱਥ ਖੁੱਲ੍ਹਾ ਦੇ ਵਿੱਚ ਪੈ ਗਿਆ, ਉਹਨੇ ਜਦੋਂ ਅਨਾਜ ਦੀ ਮੁੱਠ ਭਰ ਲਈ ਤੇ ਹੱਥ ਵੱਡਾ ਹੋ ਜਾਣਾ ਸੀ ਆਕਾਰ ਦਾ, ਕਿਉਂਕਿ ਮੁੱਠ ਭਰੀ ਹੋਈ ਹੈ ਅਨਾਜ ਦੀ, ਤੇ ਉਹਨੂੰ ਖਿੱਚਦਾ, ਹੱਥ ਫਸ ਜਾਂਦਾ, ਕੰਢਿਆਂ ਦੇ ਉੱਤੇ ਆ ਕੇ ਨਿਕਲਦਾ ਨਹੀਂ। ਅੱਛਾ, ਕਮਾਲ ਇਹ ਵੀ ਉਹ ਅਨਾਜ ਨਹੀਂ ਛੱਡਦਾ, ਮੁੱਠ ਖੋਲ੍ਹਦਾ ਨਹੀਂ ਤੇ ਹੱਥ ਉਹਦਾ ਉਸ ਕੁੱਜੇ 'ਚੋਂ ਨਿਕਲਦਾ ਨਹੀਂ। ਇੰਨੇ ਚਿਰ ਨੂੰ ਆ ਕੇ ਫੜਨ ਵਾਲਾ ਉਹਨੂੰ ਫੜ ਲੈਂਦਾ, ਕੁੱਟਦਾ, ਭੁੱਖਿਆਂ ਰੱਖਦਾ, ਅਤੇ ਜਿਸ ਤਰ੍ਹਾਂ ਵੀ ਉਹਨੇ ਆਪਣੇ ਅਧੀਨ ਕਰਨਾ ਹੁੰਦਾ ਹੈ, ਕੁਝ ਟੌਰਚਰ ਕਰਕੇ, ਕੁਝ ਲਾਲਚ ਦੇ ਕੇ, ਕੁਝ ਉਹਨੂੰ ਆਦਤ ਬਣਾ ਕੇ ਫਿਰ ਉਹਨੂੰ ਕਾਬੂ ਕਰ ਲੈਂਦੇ। ਉਹ ਨੱਚਦਾ, ਫਿਰ ਮਦਾਰੀ ਦੇ ਇਸ਼ਾਰੇ ਦੇ ਉੱਤੇ ਉਹਨੂੰ ਨੱਚਣਾ ਪੈਂਦਾ। ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ, ਲੀਨੇ ਹਾਥ ਪਸਾਰ, ਛੂਟਣ ਕੋ ਸਾਂਸਾ ਭਰਿਓ ਮਨ ਬੌਰਾ ਰੇ, ਨਾਚਿਓ ਘਰ ਘਰ ਬਾਰ। ਹੁਣ ਜ਼ਰਾ ਕਿ ਇਸ ਉਦਾਹਰਨ ਨੂੰ ਅਸੀਂ ਆਪਣੇ ਜੀਵਨ ਦੇ ਉੱਤੇ ਲਾ ਕੇ ਦੇਖੀਏ ਵੀ ਸੁਰਤ ਜਿਹੜੀ ਹੈ ਉਹ ਕਿਸੇ ਵਸਤੂ ਵਿੱਚ ਇੰਨੀ ਫਸ ਗਈ ਹੈ, ਸੁਰਤ ਉਹਨੂੰ ਛੱਡਣ ਲਈ ਤਿਆਰ ਨਹੀਂ, ਅਤੇ ਉਸ ਚੀਜ਼ ਦਾ ਜਿਹੜਾ ਨੁਕਸਾਨ ਹੈ ਸਾਡੇ ਜੀਵਨ ਦੇ ਵਿੱਚ, ਉਹਨੂੰ ਅਸੀਂ ਝੱਲਣ ਲਈ ਤਿਆਰ ਹੋ ਜਾਂਦੇ ਹਾਂ, ਅਤੇ ਉਸ ਚੀਜ਼ ਦੇ ਨਚਾਏ ਹੋਏ ਨੱਚਦੇ, ਉਹਦੇ ਬੁਲਾਏ ਹੋਏ ਬੋਲਦੇ ਹਾਂ, ਉਹਦੇ ਸੋਚਣ ਲਾਏ ਹੋਏ ਉਹੀ ਸੋਚੀ ਜਾਂਦੇ। ਸਾਡਾ ਮਨ, ਸਾਡੀ ਸੁਰਤ, ਸਾਡਾ ਸਰੀਰ ਉਹਦੀ ਪੂਰੀ ਤਰ੍ਹਾਂ ਗੁਲਾਮੀ ਕਰਨ ਲਈ ਤਿਆਰ ਹੋ ਜਾਂਦਾ। ਹਰ ਚੀਜ਼ ਸਾਨੂੰ ਬਾਕੀ ਭੁੱਲ ਜਾਂਦੀ। ਐਸੀ ਸਿਚੁਏਸ਼ਨ ਵਿੱਚ ਮਨੁੱਖ ਸੁੱਖ ਦੀ ਉਮੀਦ ਕਰਦਾ ਹੈ, ਮਨ ਦੀ ਸ਼ਾਂਤੀ ਦੀ ਉਮੀਦ ਕਰਦਾ ਹੈ, ਜੀਵਨ ਦੇ ਆਨੰਦ ਦੀ ਉਮੀਦ ਕਰਦਾ ਹੈ। ਬੇਰਸੀ ਦਾ ਸ਼ਿਕਾਰ ਮਨੁੱਖ ਜਿਹੜਾ ਉਹ ਸੋਚਦਾ ਜੀਵਨ 'ਚ ਕੋਈ ਰਸ ਸਵਾਦ ਤੇ ਰਿਹਾ ਨਹੀਂ, ਪਰ ਇਹ ਨਹੀਂ ਸੋਚਦਾ ਵੀ ਹਾਲਤ ਮੇਰੀ ਉਸ ਮਰਕਟ ਵਰਗੀ ਹੈ ਜਿਹੜਾ ਹੱਥ ਜੇ ਖੋਲ੍ਹ ਦੇਵੇ ਤੇ ਉਹ ਛੁੱਟ ਸਕਦਾ, ਮਦਾਰੀ ਦੇ ਵੱਸ ਪੈਣ ਤੋਂ ਬਚ ਸਕਦਾ, ਪਰ ਉਹਦੀ ਲਾਲਚ ਦੀ ਉਹ ਜਿਹੜੀ ਕਮਜ਼ੋਰੀ ਹੈ ਉਹ ਉਹਨੂੰ ਹੱਥ ਖੋਲ੍ਹਣ ਨਹੀਂ ਦਿੰਦੀ। ਉਹ ਮੁੱਠ ਬੰਦ ਕਰਕੇ ਹੱਥ ਖਿੱਚਣ ਦੀ ਕੋਸ਼ਿਸ਼ ਤੇ ਕਰਦਾ ਹੈ, ਪਰ ਹੱਥ ਖੋਲ੍ਹਦਾ ਕੋਈ ਨਹੀਂ। ਸਤਿਗੁਰੂ ਨੇ ਐਸੀਆਂ ਉਦਾਹਰਨਾਂ ਬਾਣੀ ਵਿੱਚ ਦਿੱਤੀਆਂ। ਗਰੀਬੀ ਵੇਸ ਦਾ ਮਤਲਬ ਹੈ ਸਾਦਗੀ ਦਾ, ਲੋੜ ਮੁਤਾਬਕ ਜੀਵਨ, ਕਿਉਂਕਿ ਲੋੜ ਵਿੱਚ ਅਤੇ ਤ੍ਰਿਸ਼ਨਾ ਵਿੱਚ ਬਹੁਤ ਵੱਡਾ ਗੈਪ ਹੈ, ਬੜਾ ਵੱਡਾ ਫਰਕ ਹੈ। ਇੰਨਾ ਲੰਮਾ ਸਫ਼ਰ ਬੰਦਾ ਤੈਅ ਕਰਦਾ। ਤੁਸੀਂ ਵੇਖੋ ਨਾ, ਜੋ ਸਾਡੇ ਕੋਲ ਹੈ ਕਈ ਵਾਰ ਅਸੀਂ ਉਹਦਾ ਆਨੰਦ ਲੈਣ ਦੀ, ਜੋ ਨਹੀਂ ਹੈ ਉਹਦਾ ਰੋਣਾ ਸਭ ਤੋਂ ਵੱਧ ਰੋਣਾ ਹੈ, ਸਭ ਤੋਂ ਵੱਧ। ਇਹ ਮੈਂ ਉਦਾਹਰਨ ਅੱਗੇ ਵੀ ਕਈ ਵਾਰ ਦਿੱਤੀ ਆ, ਪਰ ਰੋਜ਼ ਅਰਦਾਸ ਕਰਦੇ ਹਾਂ, ਮਹਾਰਾਜ ਚੜ੍ਹਦੀ ਕਲਾ ਬਖਸ਼ੋ। ਵੈਸੇ ਸਾਡੀ ਅਰਦਾਸ ਵਿੱਚ ਹੀ ਸਭ ਕੁਝ ਮੌਜੂਦ ਹੈ। ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਆਪਣੇ ਘਰ ਨੂੰ ਵੇਖਦੇ ਹਾਂ, ਜਿਹੜੀ ਗੱਡੀ ਸਾਡੇ ਕੋਲ ਹੈ ਉਹਦੇ ਵਿੱਚ ਬੈਠ ਕੇ ਜਦੋਂ ਅਸੀਂ ਸਫ਼ਰ ਕਰਦੇ ਸਾਨੂੰ ਖੁਸ਼ੀ ਹੁੰਦੀ। ਜਦੋਂ ਅਸੀਂ ਫਰੀ ਵੇ 'ਤੇ ਜਾਂਦੇ ਹਾਂ, ਰੋਡ 'ਤੇ ਜਾਂਦੇ, ਖੌਰੇ ਕਿੰਨੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਸਾਡੇ ਲਾਗੋਂ ਲੰਘ ਜਾਂਦੀਆਂ, ਬੇਚੈਨੀ ਨਹੀਂ ਹੁੰਦੀ, ਕਿਉਂਕਿ ਅਸੀਂ ਜਾਣਦੇ ਹੀ ਨਹੀਂ ਕਿੰਨਾਂ ਦੀਆਂ ਨੇ। ਕਿੰਨੇ ਸੋਹਣੇ ਸੋਹਣੇ ਘਰ ਵੇਖਦੇ ਹਾਂ, ਸਾਨੂੰ ਬੇਚੈਨੀ ਨਹੀਂ ਹੁੰਦੀ, ਕੀ ਪਤਾ ਕੀ ਦੇ ਨੇ। ਪਰ ਜ਼ਰਾ ਸੋਚੋ, ਸਾਡੇ ਘਰ ਤੋਂ ਵੱਡਾ ਘਰ ਸਾਡੇ ਰਿਸ਼ਤੇਦਾਰ ਦਾ ਹੋਵੇ ਤੇ ਬੇਚੈਨੀ ਹੁੰਦੀ ਹੈ ਕਿ ਨਹੀਂ ਹੁੰਦੀ? ਗੁਆਂਢੀ ਦਾ ਹੋਵੇ ਜਿਹਦੇ ਨਾਲ ਸਾਡਾ ਬੋਲ ਚਾਲ ਤੇ ਆਉਣ ਜਾਣ, ਉੱਥੇ ਬੇਚੈਨੀ ਹੋਏਗੀ। ਸੜਕ ਦੇ ਉੱਤੇ ਕਿੰਨੀਆਂ, ਰੋਡ ਦੇ ਉੱਤੇ ਕਿੰਨੀਆਂ ਮਹਿੰਗੀਆਂ ਗੱਡੀਆਂ ਲੰਘ ਗਈਆਂ, ਅਸੀਂ ਬੌਦਰ ਨਹੀਂ ਹੋਏ, ਸਾਨੂੰ ਇਰੀਟੇਸ਼ਨ ਨਹੀਂ ਹੋਈ, ਮਨ ਬੇਚੈਨ ਨਹੀਂ ਹੋਇਆ। ਕਮਾਲ ਦੀ ਗੱਲ ਇਹ ਹੈ ਵੀ ਰਿਸ਼ਤੇਦਾਰ ਨੇ ਵੱਡੀ ਗੱਡੀ ਲੈ ਆਂਦੀ ਤੇ ਬੇਚੈਨ ਵੀ ਹੋ ਗਏ, ਨੀਂਦ ਵੀ ਉੱਡ ਗਈ, ਭੁੱਖ ਵੀ ਨਹੀਂ ਲੱਗਦੀ, ਅੰਦਰ ਕੁਝ ਅਜੀਬ ਕਿਸਮ ਦੀ ਬੇਚੈਨੀ। ਮੈਂ ਕਿਉਂ? ਕਿਉਂਕਿ ਤੁਹਾਡਾ ਜਿਨ੍ਹਾਂ ਨਾਲ ਕੰਪੀਟੀਸ਼ਨ ਹੈ, ਤੁਸੀਂ ਕੰਪੀਟੀਸ਼ਨ ਮਿੱਥ ਕੇ ਚੱਲੇ ਹੋ। ਇਹ ਹੈ ਨਹੀਂ ਸੀ, ਅਸੀਂ ਬਣਾਇਆ। ਇਹ ਕੰਪੀਟੀਸ਼ਨ ਕਿਹਨੇ ਕੱਢਿਆ ਹੈ? ਸਾਡੀ ਈਗੋ ਨੇ, ਸਾਡੀ ਹਉਮੈ ਨੇ, ਵੀ ਵੇਖੀ ਕਿਤੇ ਛੋਟਾ ਨਾ ਹੋ ਜਾਏ।
ਤੇ ਛੋਟੇ ਤੇ ਵੱਡੇ ਹੋਣ ਦਾ ਅਸੀਂ ਪੈਮਾਨਾ ਕੀ ਰੱਖਿਆ? ਪਦਾਰਥ, ਚੀਜ਼, ਦੌਲਤ, ਧਨ। ਗੁਰੂ ਸਾਹਿਬ ਇਹ ਤਾਂ ਨਹੀਂ ਕਹਿ ਰਹੇ ਵੀ ਤੇਰੇ ਕੋਲ ਚੰਗਾ ਕਰਨਾ ਹੋਵੇ। ਮੈਂ ਕਈ ਵਾਰ ਉਦਾਹਰਣ ਦਿੱਤੀ, ਮਹਾਰਾਜ ਨੇ ਸ੍ਰੀ ਰਾਗ ਦੇ ਪਹਿਲੇ ਸ਼ਬਦ ਵਿੱਚ ਹੀ ਬਾਕਮਾਲ 4 ਉਦਾਹਰਨਾਂ ਵਰਤ ਲਈਆਂ। ਮੋਤੀ ਤਾਂ ਮੰਦਰ ਉਸਰੈ, ਉਹ ਸਾਰਾ ਸ਼ਬਦ ਜੇ ਅਸੀਂ ਪੜ੍ਹੀਏ ਤਾਂ, ਪਰ ਉਹਦੇ ਵਿੱਚ ਮਹਾਰਾਜ ਦੀ ਇੱਕ ਪ੍ਰੇਰਨਾ ਵੀ, ਮਤ ਦੇਖ ਭੂਲਾਂ ਵਿਸਰੈ ਤੇਰਾ ਚਿਤ ਨਾ ਪੈਣਾ। ਪਰ ਸਤਿਗੁਰੂ ਦਾ ਇਹ ਕਹਿਣਾ ਹੈ ਵੀ ਮੰਨ ਲੈ ਤੇਰੇ ਕੋਲ ਮੋਤੀਆਂ ਦੇ ਮਹਿਲ ਹੋਣ, ਜੇ ਤੂੰ ਖੁਸ਼ ਨਹੀਂ ਹੈ ਤੇ ਤੇਰੇ ਲਈ ਕੀ ਅਰਥ ਹੈ ਉਹਦਾ? ਕੀ ਬੈਨੀਫਿਟ ਹੈ ਉਹਦਾ? ਕੀ ਲਾਭ ਹੈ ਉਹਦਾ? ਤੇਰੇ ਲਈ ਉਹ ਮੋਤੀਆਂ ਦਾ ਮਹਿਲ ਕੀ ਮਾਇਨੇ ਰੱਖਦਾ? ਕਾਹਦੇ ਲਈ ਹੈ? ਜ਼ਰਾ ਸੋਚ ਕੇ ਵੇਖ। ਹੁਣ ਉਹ ਜਿਹੜੀ ਚੀਜ਼ ਹੈ, ਜਿਵੇਂ ਮਹਾਰਾਜ ਨੇ ਬਾਣੀ 'ਚ ਇੱਕ ਉਦਾਹਰਣ ਦਿੱਤੀ ਹੈ ਨਾ, ਮੰਦਰ ਮਿੱਟੀ ਸੰਦੜੇ ਮੈਂ ਪੱਥਰ ਕੀਤੇ ਰਾਸ ਜੀਓ, ਹੋਂ ਇਹਨੀ ਟੋਲੀ ਭੁੱਲੀ ਆਸ ਤੇ ਸਕੰਤ ਨਾ ਬੈਠੀ ਪਾਸ ਜੀਓ। ਕਿਸੇ ਧੀ ਨੂੰ ਇਸ ਕਰਕੇ ਵੱਡੇ ਘਰ ਵਿਆਹਿਆ ਜਾਏ ਵੀ ਇਹ ਖੁਸ਼ ਰਹੇਗੀ। ਹੁਣ ਪਤੀ ਨਾਲ ਬਣੇ ਨਾ ਤੇ ਕੀ ਉਹ ਪੱਥਰ ਸਾਫ਼ ਕਰੀ ਜਾਏ ਘਰ ਦਾ? ਕਿ ਜ਼ਿੰਦਗੀ ਲਈ ਇੰਨਾ ਕਾਫੀ ਹੈ ਵੀ ਉੱਚੀਆਂ ਕੰਧਾਂ ਹੋਣ, ਸੋਹਣੀਆਂ ਛੱਤਾਂ ਹੋਣ, ਘਰ ਦੇ ਵਿੱਚ ਸਾਰਾ ਸਾਜੋ ਸਮਾਨ ਹੈ? ਜਿਸ ਰਿਸ਼ਤੇ ਨੂੰ ਲੱਭਣ ਵਾਸਤੇ ਤੇ ਜਿਹੜੀ ਖੁਸ਼ੀ ਲਈ ਤੇ ਜਿਸ ਰਿਸ਼ਤੇ ਦੀ ਕਮਿਟਮੈਂਟ ਕਰਕੇ ਉਹਦਾ ਆਨੰਦ ਕਾਰਜ ਹੋਇਆ, ਉਹ ਰਿਸ਼ਤਾ ਤਾਂ ਜ਼ਹਿਰ ਨਾਲ ਭਰਿਆ ਹੋਇਆ ਹੋਵੇ, ਦੋਵਾਂ ਦੀ ਸੂਰਤ ਹਾਲ ਬੱਤਰ ਹੋਵੇ, ਦੋਵਾਂ 'ਚ ਇੱਕ ਦੂਜੇ ਲਈ ਨਾ ਪ੍ਰੇਮ ਹੋਵੇ, ਨਾ ਤਿਆਗ ਹੋਵੇ, ਨਾ ਰਿਸਪੈਕਟ ਹੋਵੇ, ਕਿ ਉਸ ਵੱਡੇ ਘਰ ਦਾ ਕੋਈ ਅਰਥ ਰਹਿ ਜਾਂਦਾ? ਬੰਦੇ ਤੇ ਵਿੱਚ ਛੋਟੇ ਨੇ ਨਾ, ਘਰ ਵੱਡਾ ਤੇ ਕੀ ਹੋਇਆ? ਰਿਸ਼ਤੇ 'ਚ ਛੋਟੇ ਨੇ ਨਾ ਉਹਦੇ ਵਿੱਚ। ਤੇ ਜੇ ਮਨੁੱਖ ਨੇ ਕੀੜਿਆਂ ਵਾਂਗ ਹੀ ਜੀਣਾ, ਚੇਤੇ 'ਚ ਰੱਖਿਓ, ਜੇ ਕੀੜਿਆਂ ਵਾਂਗ ਹੀ ਰੀਂਗਣਾ ਫਿਰ ਨਾਲੀ ਕੀ ਤੇ ਵੱਡਾ ਗਟਰ ਕੀ, ਦੋਵੇਂ ਇੱਕੋ ਹੀ ਚੀਜ਼ਾਂ ਨੇ। ਜੇ ਜੀਣਾ ਹੀ ਕੀੜਿਆਂ ਵਾਂਗ, ਇਹ ਮਿਥ ਲਿਆ ਵੀ ਕੀੜਿਆਂ ਵਾਂਗ ਹਮੇਸ਼ਾ ਨੈਗੇਟਿਵਿਟੀ ਵਿੱਚ ਦੇ ਚਿੱਕੜ ਵਿੱਚ ਹੀ ਰਹਿਣਾ ਹੈ, ਤੇ ਫਿਰ ਕੀੜੇ ਨੂੰ ਗਟਰ 'ਚ ਜਾ ਕੇ ਕੀ ਫਾਇਦਾ ਨਾਲੀ 'ਚੋਂ ਨਿਕਲ ਕੇ? ਉਹ ਜਿਹੜੀ ਚੀਜ਼ ਹੈ, ਹੁਣ ਇਹ ਤਾਂ ਉਵੇਂ ਦੀ ਖੇਡ ਹੈ ਵੀ ਜਿਵੇਂ ਬੰਦਾ ਕਹੇ ਮੈਂ ਮਰਨਾ ਤੇ ਹੈ ਪਰ ਥੋੜ੍ਹਾ ਜ਼ਹਿਰ ਪੀ ਕੇ ਨਹੀਂ ਮਰਨਾ, ਇਹ ਵੀ ਕੰਪੀਟੀਸ਼ਨ ਕਰ ਲਵੇ ਕੋਈ। ਸਤਿਗੁਰੂ ਨੇ ਜਿੱਥੇ ਗਰੀਬੀ ਵੇਸ ਕਿਹਾ, ਗਰੀਬੀ ਵੇਸ ਕੀ ਹੈ? ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ, ਵੀ ਆਪਣੇ ਜੀ ਨੂੰ ਦੂਜੇ ਦੀ ਵਸਤੂ ਵੇਖ ਕੇ ਲਲਚਾਉਣਾ ਤੇ ਤਰਸਾਉਣਾ ਛੱਡ ਦੇ। ਜੇ ਤੂੰ ਖੁਸ਼ ਰਹਿਣਾ ਚਾਹੁੰਦਾ, ਇਹ ਖੁਸ਼ ਰਹਿਣ ਦਾ, ਆਨੰਦ ਵਿੱਚ ਜੀਣ ਦਾ ਬੜਾ ਵੱਡਾ ਸਤਿਗੁਰੂ ਦੀ ਪਾਵਨ ਬਾਣੀ ਨੇ ਸਾਨੂੰ ਨੁਕਤਾ ਦ੍ਰਿੜ ਕਰਾਇਆ, ਉਪਦੇਸ਼ ਦ੍ਰਿੜ ਕਰਾਇਆ। ਜੋ ਤੇਰੇ ਕੋਲ ਹੈ ਉਹਨੂੰ ਬੈਸਟ ਸਮਝ, ਸਭ ਤੋਂ ਉੱਤਮ। ਇਹਦੇ ਉੱਤੇ ਕੁਝ ਨਹੀਂ ਹੋ ਸਕਦਾ। ਮੇਰੇ ਲਈ ਇਹੀ ਸਭ ਤੋਂ ਵਧੀਆ। ਤੂੰ ਖੁਸ਼ ਰਹੇਂਗਾ, ਤੂੰ ਆਨੰਦ ਵਿੱਚ ਰਹੇਂਗਾ। ਭਾਉ ਕਰਮ ਕਰ ਜਮਸੀ ਸੇ ਘਰ ਭਾਗਠ ਦੇਖ। ਭਾਉ ਦਾ ਮਤਲਬ ਹੈ ਪ੍ਰੇਮ। ਹੁਣ ਕਿਸਾਨ ਜਿਹੜਾ ਹੈ ਉਹ ਜੇ ਕਈ ਚਲਾਉਂਦਾ ਹੈ, ਜੇ ਗੋਡੀ ਕਰਦਾ ਹੈ ਜਾਂ ਕੋਈ ਵੀ ਕੰਮ ਕਰਦਾ ਹੈ, ਤੇ ਉਹ ਬੜਾ ਸੰਭਲ ਕੇ ਸ਼ਾਂਤ ਦਿਮਾਗ ਨਾਲ ਕੰਮ ਕਰਦਾ, ਸ਼ਾਂਤ ਦਿਮਾਗ ਨਾਲ। ਤੇ ਉਹਦਾ ਮਤਲਬ ਸ਼ਾਂਤ ਦਿਮਾਗ ਦਾ ਹੁੰਦਾ ਵੀ ਉਹਦੇ ਅੰਦਰ ਕਾਹਲੀ ਕੋਈ ਨਹੀਂ। ਉਹਨੂੰ ਪਤਾ ਹੈ ਵੀ ਜੇ 4-5 ਮਹੀਨੇ ਲੱਗਣੇ ਨੇ ਫਸਲ ਬੀਜਣ ਤੋਂ ਬਾਅਦ ਪੱਕਣ ਤੱਕ, ਤੇ ਲੱਗਣੇ ਹੀ ਨੇ, ਹੋਰ ਕੋਈ ਸਾਧਨ ਨਹੀਂ ਹੈ। ਮੇਰੀ ਕਾਹਲੀ ਦਾ ਕੋਈ, ਖਿਜਣ ਦਾ ਕੋਈ ਮਤਲਬ ਨਹੀਂ ਵੀ ਮਹੀਨਾ ਹੋ ਗਿਆ ਪੱਕੀ ਕਿਉਂ ਨਹੀਂ। ਉਹਨੂੰ ਪਤਾ ਹੈ ਵੀ ਇਹ 1 ਮਹੀਨੇ 'ਚ ਨਹੀਂ ਪੱਕਣੀ। ਉਹ ਖਿਜ ਕੋਈ ਨਹੀਂ ਜੀਵਨ 'ਚ। ਅਸੀਂ ਖਿਜਦੇ ਹਾਂ, ਹਾਏ ਸਾਨੂੰ ਆ ਮਿਲਿਆ ਹੀ ਨਹੀਂ, ਮੈਨੂੰ ਤਾਂ 20 ਸਾਲ ਹੋ ਗਏ, ਨਹੀਂ ਮਿਲਿਆ, ਫਿਰ ਕੀ ਹੋ ਗਿਆ? ਕੀ ਹੋਇਆ ਫਿਰ? ਜਿੰਨਾ ਕੁਝ ਹੈ ਜੇ ਇਹ ਵੀ ਨਾ ਹੁੰਦਾ ਤੇ ਕੀ ਕਰ ਲੈਂਦੇ ਅਸੀਂ? ਖਿਜ ਕਾਹਦੀ ਹੈ? ਸੋਚੀਏ ਜ਼ਰਾ। ਜਿਹੜੀ ਸਾਨੂੰ ਸਾਡੇ ਕਈ ਵਾਰ ਖਿਜ ਆਉਂਦੀ ਹੈ ਨਾ ਵੀ ਇਹ ਮੈਂ ਫੇਲ ਹਾਂ ਜ਼ਿੰਦਗੀ 'ਚ। ਕਿਉਂ ਫੇਲ ਹਾਂ ਤੂੰ? ਕਿ ਪਾਸ ਹੋਣ ਦੇ ਹੀ ਪੈਮਾਨੇ ਨੇ ਵੀ 2-4 ਬੰਦਿਆਂ ਨੂੰ ਆਪਣੇ ਸਾਹਮਣੇ ਰੱਖ ਲੈ ਤੇ ਉਹਨਾਂ ਨਾਲ ਆਪਣੇ ਆਪ ਨੂੰ ਕੰਪੇਅਰ ਕਰਦਾ ਰਹੇ। ਨਹੀਂ, ਇਹ ਅਸਲ ਸਿਲੇਬਸ ਨਹੀਂ ਹੈ ਜ਼ਿੰਦਗੀ ਦਾ ਪੜ੍ਹਨ ਵਾਸਤੇ। ਇਹ ਕੰਪੈਰੀਜ਼ਨ ਤੈਨੂੰ ਭਟਕਾ ਕੇ ਰੱਖੇਗਾ, ਹਮੇਸ਼ਾ ਹੀ ਦੁਖੀ ਕਰੇਗਾ।
ਤੋ ਗਰੀਬ ਨਵਾਜ ਮਹਾਰਾਜ ਨੇ ਬਾਣੀ ਦੇ ਵਿੱਚ ਇਸ ਨੂੰ ਕਿਹਾ, ਭਾਉ ਕਰਮ ਕਰ ਜਮਸੀ ਸੇ ਕਰ ਭਾਗਠ ਦੇਖ। ਉਹ ਹਿਰਦੇ ਭਰਪੂਰ ਹਨ ਤੇ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਇਸ ਤਰ੍ਹਾਂ ਆਪਣੇ ਜੀਵਨ ਦੀ ਖੇਤੀ ਕਰਨੀ ਆ ਜਾਂਦੀ, ਜਿਨ੍ਹਾਂ ਨੂੰ ਇਸ ਤਰ੍ਹਾਂ ਆਪਣੇ ਅੰਦਰ ਦੇ ਗੁਣ ਪ੍ਰਫੁੱਲਤ ਕਰਨੇ, ਆਪਣੀ ਸੁਰਤ ਨੂੰ ਪਰਮੇਸ਼ਰ ਦੇ ਨਾਮ ਵਿੱਚ ਰੰਗਣਾ ਆ ਜਾਂ। ਤੇ ਇਹ ਗੁਣ ਜਿਹੜੇ ਆਪਣੇ ਜੀਵਨ 'ਚ ਲੈ ਆਉਂਦੇ, ਜਿਹੜੇ ਅਭਿਆਸ ਕਰਦੇ ਨੇ, ਇਹ ਉਦਮ ਬਣਾਉਂਦੇ ਨੇ ਆਪਣੇ। ਵੈਸੇ ਵੀ ਮਹਾਰਾਜ ਨੇ ਬਾਣੀ ਚੌਥੇ ਪਾਤਸ਼ਾਹ ਨੇ ਇੱਕ ਬੜਾ ਪਿਆਰਾ ਵਾਕਿਆ, ਹਰ ਪ੍ਰਭ ਕਾ ਸਭ ਖੇਤ ਹੈ ਹਰਿ ਆਪ ਕਿਰਸਾਣੀ ਲਾਇਆ। ਕਹਿੰਦੇ ਆ ਜਿੰਨੇ ਸਰੀਰ ਨੇ ਨਾ ਸਾਡੇ ਰੱਬ ਦੇ ਖੇਤ ਨੇ, ਤੇ ਰੱਬ ਨੇ ਸਾਨੂੰ ਕਿਹਾ ਵੀ ਆਪਣੇ ਆਪਣੇ ਖੇਤ ਵਿੱਚ ਖੇਤੀ ਕਰੋ। ਭਲਾ ਕੀ ਕੀ ਬੀਜਦੇ ਹੋ ਤੁਸੀਂ? ਤੇ ਕੋਈ ਐਸੇ ਨੇ ਜਿਹੜੇ ਚੰਗਿਆਈ ਦੀ ਫਸਲ ਪੈਦਾ ਕਰਦੇ ਨੇ ਤਨ ਦੇ ਖੇਤ ਵਿੱਚੋਂ, ਤੇ ਕੁਝ ਐਸੇ ਨੇ ਜਿਹੜੇ ਮਨਮੁਖੀ ਮੂਲ ਗਵਾਇਆ। ਮਨਮੁਖ ਇਹੋ ਜਿਹੇ ਨੇ ਉਹ ਆਪਣਾ ਮੂਲ ਸਾਹ ਜਿਹੜੇ ਨੇ ਨਾ ਉਹ ਵੀ ਗਵਾ ਲੈਂਦੇ ਨੇ ਤੇ ਕੱਢਦੇ ਵੀ ਜ਼ਮੀਨ 'ਚੋਂ ਕੁਝ ਨਹੀਂ, ਐਸੇ ਨਿਕੰਮੇ ਨੇ। ਤਾਂ ਉੱਥੇ ਗੁਰਮੁਖ ਤੇ ਮਨਮੁਖ ਦੀ ਉਦਾਹਰਣ ਦੇ ਕੇ ਸਤਿਗੁਰੂ ਨੇ ਦੱਸਿਆ ਵੀ ਇੱਕ ਆਪਣੇ ਸਰੀਰ ਦੇ ਖੇਤ ਵਿੱਚੋਂ ਜੀਵਨ ਦਾ ਸਹਿਜ ਆਨੰਦ ਆਦਿਕ ਫਲ ਪ੍ਰਾਪਤ ਕਰਦੇ ਨੇ, ਦੂਜੇ ਸਾਹਾਂ ਦੀ ਪੂੰਜੀ ਵੀ ਗਵਾ ਲੈਂਦੇ ਨੇ, ਮਿਲਦਾ ਉਹਨਾਂ ਨੂੰ ਕੁਝ ਨਹੀਂ। ਤੋ ਸਤਿਗੁਰੂ ਮਹਾਰਾਜ ਨੇ ਐਸੀਆਂ ਉਦਾਹਰਨਾਂ ਜਿਹੜੀਆਂ ਨੇ ਬਾਣੀ ਦੇ ਵਿੱਚ ਜੇ ਦਿੱਤੀਆਂ, ਤੇ ਉਹਨਾਂ ਉਦਾਹਰਨਾਂ ਦੇ ਪਿੱਛੇ ਕੁਝ ਸੱਚ ਖੜ੍ਹਾ, ਬਹੁਤ ਵੱਡਾ ਮੈਸੇਜ ਤੇ ਉਪਦੇਸ਼ ਖੜ੍ਹਾ। ਉਹ ਮੱਤ ਖੜੀ ਹੈ ਜਿਹੜੀ ਉਹਨਾਂ ਉਦਾਹਰਨਾਂ ਦੇ ਰਾਹੀਂ ਅਸੀਂ ਗ੍ਰਹਿਣ ਕਰਨੀ ਹੈ, ਔਰ ਇਹ ਸਮਝਾਉਣ ਦਾ ਸਤਿਗੁਰੂ ਦਾ ਬੜਾ ਬਾਕਮਾਲ ਤਰੀਕਾ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਕਾਲ ਵਿੱਚ 1522 ਈਸਵੀ ਵਿੱਚ ਮਹਾਰਾਜ ਨੇ ਕਰਤਾਰਪੁਰ ਵਸਾਇਆ। ਵੈਸੇ ਉਹਨਾਂ ਬਚਪਨ ਵਿੱਚ ਜਵਾਨੀ ਵਿੱਚ ਵੀ ਖੇਤੀ ਵੀ ਕੀਤੀ, ਮੱਝਾਂ ਵੀ ਚਾਰੀਆਂ, ਵਪਾਰ ਵੀ ਕੀਤਾ, ਨੌਕਰੀ ਵੀ ਕੀਤੀ। ਔਰ ਇਸੇ ਲਈ ਜਿਹੜਾ ਮੈਂ ਸ਼ਬਦ ਛੋਹਿਆ ਸੀ ਇਹਦੇ ਵਿੱਚ ਚਾਰੇ ਹੀ ਉਦਾਹਰਨਾਂ ਮੌਜੂਦ ਨੇ। ਪਰ ਮਹਾਰਾਜ ਨੇ ਆਪਣੇ ਜੀਵਨ ਦਾ ਲੰਮੇਰਾ ਸਮਾਂ ਜਿਹੜਾ ਹੈ ਉਹ ਲੰਮੀਆਂ ਯਾਤਰਾਵਾਂ ਕੀਤੀਆਂ ਨੇ, ਜਿਹਨੂੰ ਆਪਾਂ ਉਦਾਸੀਆਂ ਕਰਨੀਆਂ ਕਹਿੰਦੇ ਹਾਂ। ਫਿਰ 1522 ਵਿੱਚ ਜਦੋਂ ਕਰਤਾਰਪੁਰ ਮਹਾਰਾਜ ਨੇ ਵਸਾਇਆ ਨਾਰੋਵਾਲ ਦੇ ਵਿੱਚ, ਤਾਂ ਉਸ ਕਰਤਾਰਪੁਰ ਵਿੱਚ ਮਹਾਰਾਜ ਨੇ ਖੇਤੀ ਨੂੰ ਹੀ ਪ੍ਰੋਪਰ ਆਪਣਾ ਕਿੱਤਾ ਬਣਾਇਆ, ਰੁਜ਼ਗਾਰ ਬਣਾਇਆ। ਜਿਸ ਵੇਲੇ ਭਾਈ ਲਹਿਣਾ ਜੀ ਮਹਾਰਾਜ ਨੂੰ ਮਿਲਣ ਆਏ ਸਨ, ਉਸ ਵੇਲੇ ਵੀ ਗਰੀਬ ਨਵਾਜ ਖੇਤਾਂ ਦੇ ਕੰਮਾਂ ਤੋਂ ਹੀ ਵਿਹਲੇ ਹੋ ਕੇ ਘਰ ਨੂੰ ਆ ਰਹੇ ਸਨ। ਸਤਿਗੁਰੂ ਸੱਚੇ ਪਾਤਸ਼ਾਹ ਨੇ ਖੇਤੀ ਕਰਦਿਆਂ ਹੋਇਆਂ ਹੀ ਆਪਣਾ ਆਖਰੀ ਸਮੇਂ ਤੱਕ ਦਾ ਜਿਹੜਾ ਹੈ ਇਸ ਕਿੱਤੇ ਨੂੰ ਅਪਣਾਈ ਰੱਖਿਆ। ਕੋਈ ਗੁਰੂ ਸਾਹਿਬ ਵਪਾਰ ਕਰਦੇ ਰਹੇ ਸਨ। ਇਹ ਸਾਰੀ ਜਿਹੜੀ ਕਿਰਿਆ ਹੈ, ਇਹ ਸਾਰਾ ਜਿਹੜਾ ਰੁਜ਼ਗਾਰ ਹੈ, ਇਸੇ ਲਈ ਮਹਾਰਾਜ ਨੇ ਐਸੀਆਂ ਉਦਾਹਰਨਾਂ ਵੀ ਬਾਣੀ ਦੇ ਵਿੱਚ ਦਿੱਤੀਆਂ ਨੇ। ਤੇ ਮੈਂ ਇਸ ਚਲੰਤ ਮਸਲੇ ਦੇ ਉੱਤੇ ਵੀ ਦੋ ਸ਼ਬਦ ਆਪ ਜੀ ਦੇ ਨਾਲ ਸਾਂਝੇ ਕਰਦੇ ਹਾਂ ਵੀ ਮਹਾਰਾਜ ਨੇ ਬਾਣੀ ਦੇ ਵਿੱਚ ਕਿਰਸਾਨੀ ਉਦਮ ਨੂੰ ਸਲਾਹਿਆ ਬਹੁਤ ਹੈ। ਇਸ ਕਿੱਤੇ ਨੂੰ ਬੜਾ ਮਾਣ ਬਖਸ਼ਿਆ। ਕਿੱਤਾ ਕੋਈ ਵੀ ਮਾੜਾ ਨਹੀਂ ਸੰਸਾਰ 'ਚ, ਜੇ ਮਨੁੱਖ ਦਸਾਂ ਨੌਆਂ ਦੀ ਕਿਰਤ ਕਰੇ ਤੇ ਬੇਈਮਾਨੀ ਨਾ ਕਰੇ, ਦੂਜੇ ਦਾ ਹੱਕ ਨਾ ਮਾਰੇ। ਕਿੱਤਾ ਕੋਈ ਕਿਸੇ ਕਿੱਤੇ ਨੂੰ ਮਾੜਾ ਨਹੀਂ ਕਿਹਾ, ਜਿਹੜਾ ਵੀ ਕਿੱਤਾ ਸੰਭਲ ਕੇ ਮਨੁੱਖ ਕਰਦਾ ਹੈ। ਪਰ ਜੇ ਇਹ ਕਿਹਾ ਜਾਏ ਨਾ ਵੀ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੋਲ ਕੇ ਮਾਪ ਕੇ ਵੇਖੋ, ਤੇ ਬ੍ਰਾਂਡਡ ਕੱਪੜੇ ਨਾ ਹੋਣ ਤੇ ਬੰਦਾ ਗੁਜ਼ਾਰਾ ਕਰ ਸਕਦਾ ਹੈ। ਬਹੁਤਾ ਵੱਡਾ ਮਹਿਲ ਘਰ ਪੱਕਾ ਨਾ ਹੋਵੇ ਤੇ ਕੱਖਾਂ ਦੀ ਕੁੱਲੀ 'ਚ ਰਹਿ ਕੇ ਦੁਨੀਆ ਅਜ ਤੱਕ ਜਿਉਂਦੀ ਆਈ ਹੈ ਤੇ ਅਜੇ ਵੀ ਜਿਉ ਰਹੀ ਹੈ ਦੁਨੀਆ ਦੇ ਵੱਡੇ ਹਿੱਸੇ 'ਚ। ਬਹੁਤੀਆਂ ਮਹਿੰਗੀਆਂ ਕਾਰਾਂ ਸਵਾਰੀਆਂ ਨਾ ਹੋਣ ਤੇ ਅਜ ਤੱਕ ਦੁਨੀਆ ਸਫ਼ਰ ਕਰਦੀ ਆਈ ਹੈ। ਲੱਤਾਂ ਦਿੱਤੀਆਂ ਨੇ ਰੱਬ ਨੇ, ਬੰਦਾ ਤੁਰ ਲਏਗਾ, ਕੋਈ ਗੱਲ ਨਹੀਂ। ਸੋਨੇ ਦੇ ਚਾਂਦੀ ਦੇ ਗਹਿਣੇ ਨਾ ਹੋਣ, ਹੀਰੇ ਜਵਾਹਰਾਤ ਨਾ ਹੋਣ ਤੇ ਗੁਜ਼ਾਰਾ ਚੱਲ ਜਾਏਗਾ। ਪਰ ਜੇ ਫਸਲ ਨਾ ਹੋਈ ਤੇ ਗੁਜ਼ਾਰਾ ਨਹੀਂ ਹੋ ਸਕਦਾ। ਸਭ ਤੋਂ ਬੇਸਿਕ ਕਿਰਤ ਜਿਹੜੀ ਸਮਾਜ ਨੂੰ, ਇਕੋਨਮੀ ਨੂੰ ਚਲਾ ਰਹੀ ਹੈ, ਤੁਸੀਂ ਰੈਸਟੋਰੈਂਟ 'ਚ ਜਾਂਦੇ ਹੋ, ਕਿੱਡਾ ਲੰਬਾ ਚੌੜਾ ਮੈਨਿਊ ਲੱਗਾ ਹੁੰਦਾ, ਤੁਸੀਂ ਕੀ ਆਰਡਰ ਕਰਨਾ ਚਾਹੁੰਦੇ ਹੋ। ਕਈ ਵਾਰ ਬੰਦਾ ਚੋਣ ਕਰਨ ਲੱਗਿਆਂ ਹੀ ਕਨਫਿਊਜ਼ ਹੋ ਜਾਂਦਾ, ਚਕਰਾ ਜਾਂਦਾ, ਮੈਂ ਕੀ ਲਵਾਂ ਇਹਨਾਂ ਕੋਲੋਂ, ਇੰਨਾ ਕੁਝ ਪਿਆ। ਬਾਜ਼ਾਰ ਭਰੇ ਪਏ ਨੇ ਖਾਣ ਵਾਲੀਆਂ ਚੀਜ਼ਾਂ ਨਾਲ, ਸਟੋਰ ਐਨ ਭਰੇ ਪਏ ਨੇ, ਫਰਿੱਜਾਂ ਪਰ ਕਿੱਥੋਂ ਪ੍ਰੋਡਕਸ਼ਨ ਹੁੰਦੀ ਹੈ। ਇਹ ਤਾਂ ਰੂਪ ਨੇ ਨਾ ਵੱਖਰੇ ਵੱਖਰੇ, ਮਿੱਟੀ 'ਚੋਂ ਪੈਦਾ ਹੁੰਦਾ ਅਨਾਜ, ਉਹਨੂੰ ਫਿਰ ਵੱਖਰੀ ਵੱਖਰੀ ਸ਼ਕਲ ਦੇ ਕੇ, ਵੱਖਰੇ ਵੱਖਰੇ ਰੂਪ ਦੇ ਕੇ, ਉਹਦੇ ਟੇਸਟ ਬਣਾ ਕੇ, ਰੈਸਪੀਆਂ ਦੇ ਨਾਲ ਉਹਨੂੰ ਵੱਖਰਾ ਵੱਖਰਾ ਬਣਾ ਕੇ ਫਿਰ ਉਹਨੂੰ ਸਟੋਰ ਭਰ ਲੈ, ਪੈਕਿੰਗ ਕਰ ਲਈ ਕੰਪਨੀਆਂ ਨੇ,
ਅਸੀਂ ਜ਼ੁਬਾਨ ਦੇ ਸਵਾਦ ਲਈ ਜਿਹੜੀ ਚੀਜ਼ ਸਾਨੂੰ ਚੰਗੀ ਲੱਗੀ ਅਸੀਂ ਉਹ ਲੈ ਆਏ, ਖਾ ਆਏ। ਪਰ ਬੇਸਿਕ ਅਨਾਜ, ਅੰਨ, ਉਹਦੀ ਪ੍ਰੋਡਕਸ਼ਨ ਤਾਂ ਮਿੱਟੀ 'ਚੋਂ ਹੀ ਹੋ ਰਹੀ ਹੈ ਅਤੇ ਕਰਨ ਵਾਲੇ ਨੂੰ ਕਿਸਾਨ ਕਿਹਾ ਜਾਂਦਾ। ਕੁਦਰਤ ਦੀ, ਚੇਤੇ 'ਚ ਰੱਖਿਓ, ਕੁਦਰਤ ਦੀ ਹਰ ਚੀਜ਼ ਦੇ ਉੱਤੇ ਕਾਰਪੋਰੇਟਸ ਨੇ ਆਪਣਾ ਕੰਟਰੋਲ ਪਾਣੀ ਤੱਕ ਤੇ ਕੰਟਰੋਲ ਕਰ ਲਿਆ। ਸਾਡੇ ਘਰ ਵਿੱਚ ਸਾਫ਼ ਪਾਣੀ ਵੀ ਜ਼ਮੀਨ ਤੋਂ ਆ ਰਿਹਾ ਹੋਵੇ ਨਾ, ਸਾਡੇ ਦਿਮਾਗ ਵਿੱਚ ਖਲਬਲੀ ਮਚੀ ਰਹਿੰਦੀ, ਨਹੀਂ ਬੋਤਲ ਦਾ ਪਾਣੀ ਜ਼ਿਆਦਾ ਸ਼ੁੱਧ ਹੈ, ਪਿਓਰ ਹੈ। ਹਰ ਇੱਕ ਉਹਦੇ ਵਿੱਚੋਂ ਸਾਰਾ ਕੁਝ ਕੱਢ ਵੀ ਲਿਆ। ਫਿਲਟਰ ਹੈ, ਫਿਲਟਰ ਨੇ ਛੱਡਣਾ ਕੀ ਉਹਦੇ ਪੱਲੇ। ਉਹਨੇ ਸਾਡੇ ਪੀਣ 'ਤੇ ਵੀ ਕੰਟਰੋਲ, ਸਾਡੀ ਹਵਾ 'ਤੇ ਵੀ ਕੰਟਰੋਲ, ਸਾਨੂੰ ਹੱਸਣ ਲਈ ਉਹਨੇ ਸਾਧਨ ਦਿੱਤੇ। ਅਸੀਂ ਟੀਵੀ ਸਾਹਮਣੇ ਬਹਿ ਕੇ ਹੱਸਦੇ ਹਾਂ, ਪਰਿਵਾਰ ਸਾਹਮਣੇ ਬਹਿ ਕੇ ਰੋਣ ਵਰਗਾ ਮੂੰਹ ਬਣਾ ਲੈਂਦੇ ਹਾਂ ਵੀ ਜਿਵੇਂ ਬੜੇ ਦੁਖੀ ਹੋਈਏ ਵੀ ਸਾਨੂੰ ਇਹਨਾਂ ਨਾਲ ਬਹਿਣਾ ਪੈ ਰਿਹਾ। ਤੁਸੀਂ ਵੇਖੋ ਸਾਡੀ ਮਾਨਸਿਕਤਾ ਦੇ ਉੱਤੇ ਚੀਜ਼ਾਂ ਨੇ ਕਿੰਨਾ ਡੂੰਘਾ ਕੰਟਰੋਲ ਕਰ ਲਿਆ। ਟੀਵੀ ਸਾਹਮਣੇ ਬੈਠੇ ਕਈ ਰੋਈ ਵੀ ਜਾਂਦੇ ਨੇ ਕਿਉਂਕਿ ਸੀਨ ਐਸਾ ਚੱਲ ਰਿਹਾ। ਅਤੇ ਘਰ ਦਾ ਜੀ ਆ ਕੇ ਕਹਿ ਦੇ ਵੀ ਮੈਂ ਮਰ ਚੱਲਿਆ, ਮੇਰਾ ਕੋਈ ਇਲਾਜ ਕਰੋ, ਅਤੇ ਉੱਥੇ ਕੁਝ ਨਹੀਂ ਕਹਿੰਦੇ, ਜਾ ਕੇ ਦਵਾਈ ਲੈ ਆ, ਤੂੰ ਚਲਿਆ ਜਾ, ਜੇ ਤਾਂ ਤੂੰ ਤੁਰਦਾ ਫਿਰਦਾ ਡਿੱਗ ਪਏਗਾ ਤੇ ਐਂਬੂਲੈਂਸ ਨੂੰ ਫੋਨ ਕਰ ਦਿਆਂਗੇ। ਇਹ ਹਾਲਤ ਹੈ। ਕਿਸੇ ਮਨੁੱਖ ਦੀ ਪੀੜ ਦੇ ਉੱਤੇ ਰੋਣ ਨੂੰ ਜੀ ਨਹੀਂ ਕਰਦਾ, ਕਿਸੇ ਦੀ ਖੁਸ਼ੀ ਵਿੱਚ ਹੱਸਣ ਨੂੰ ਜੀ ਨਹੀਂ ਕਰਦਾ, ਕਿਉਂਕਿ ਸਾਡੀ ਜਿਹੜੀ ਫੀਲਿੰਗਸ ਹੈ ਉਹ ਕੰਟਰੋਲ 'ਚ ਹੈ ਕਿਤੇ। ਜ਼ਰਾ ਸੋਚ ਕੇ ਵੇਖਿਓ ਵੀ ਅਸੀਂ ਪਦਾਰਥ ਦੇ ਅਤੇ ਚਮਕ ਦਮਕ ਦੇ ਕਿਸ ਲੈਵਲ ਤੱਕ ਗੁਲਾਮ ਆ, ਕਿਸ ਲੈਵਲ ਤੱਕ, ਕਿਸ ਹੱਦ ਤੱਕ। ਅਤੇ ਜਿਹੜੇ ਨੈਚੁਰਲ ਸੋਰਸਿਸ ਨੇ ਉਹਨਾਂ ਦੇ ਉੱਤੇ ਤਾਂ ਕੰਟਰੋਲ ਹੈ ਹੀ ਹੈ। ਔਰ ਦੁਨੀਆ ਦੇ ਵਿੱਚ ਗਰੀਬ ਮੁਲਕਾਂ ਦੀ ਅਮੀਰ ਮੁਲਕਾਂ ਦੇ ਨਾਲ ਵਾਰ ਹੀ ਇਸ ਗੱਲ ਤੋਂ ਹੈ, ਕੋਈ ਹੋਰ ਰੌਲਾ ਨਹੀਂ ਕਿ ਉਹਨਾਂ ਦੇ ਜਿਹੜੇ ਸੋਰਸਿਸ ਨੇ ਉਹਨਾਂ ਨੂੰ ਕੰਟਰੋਲ ਕਰਨਾ। ਜਿੱਥੋਂ ਕੋਲਾ ਨਿਕਲਦਾ ਉਹ ਵਿਚਾਰੇ ਜੇ ਲੜਨ ਤਾਂ ਸਰਕਾਰ ਕਹਿੰਦੀ ਅੱਤਵਾਦੀ ਹੈ, ਇਹਨੂੰ ਫਲਾਨਾ ਮੁਲਕ ਜਿਹੜਾ ਹੈ ਉਹ ਫੰਡਿੰਗ ਕਰਦਾ ਹੈ, ਫਲਾਣੇ ਲੋਕ ਇਹਨਾਂ ਨੂੰ ਸਪਲਾਈ ਦਿੰਦੇ ਨੇ। ਉਹ ਲੜਦੇ ਨੇ ਵੀ ਸਾਡੀ ਧਰਤੀ, ਸਾਨੂੰ ਤਾਂ ਪੁੱਛੋ, ਸਾਨੂੰ ਵੀ ਸਾਡੀ ਜ਼ਮੀਨ 'ਚੋਂ ਕੱਢੀ ਹੋਈ ਚੀਜ਼ ਨੂੰ ਵਰਤ ਕੇ ਤੁਸੀਂ ਸੋਨੇ ਦੇ ਮਹਿਲਾਂ 'ਚ ਰਹਿੰਦੇ ਹੋ ਅਤੇ ਸਾਡੇ ਕੰਧਾਂ 'ਤੇ ਛੱਤ ਨਹੀਂ ਪੈਂਦੀ, ਸਾਡੇ ਪੈਰੀਂ ਚੱਪਲ ਨਹੀਂ, ਤੁਸੀਂ ਮਹਿੰਗੀਆਂ ਕਾਰਾਂ ਖਰੀਦਦੇ ਹੋ, ਸਾਡੀ ਚੀਜ਼ ਦੇ ਸਾਨੂੰ ਤਾਂ ਹੱਕ ਦਿਓ, ਸਾਡੀ ਧਰਤੀ ਹੈ। ਅਸੀਂ ਇੱਕ ਅੱਜ ਨਹੀਂ ਸੈਂਕੜੇ ਹਜ਼ਾਰਾਂ ਸਾਲਾਂ ਤੋਂ ਇਸ ਧਰਤੀ 'ਤੇ ਰਹਿ ਰਹੇ ਹਾਂ। ਤੁਸੀਂ ਆਏ ਤਾਕਤ ਨਾਲ, ਪੈਸੇ ਨਾਲ ਸਾਡੀ ਧਰਤੀ ਨੂੰ ਅਗਵਾ ਕਰ ਲਿਆ, ਸਾਡੇ ਕਲਚਰ ਨੂੰ ਤਬਾਹ ਕਰ, ਕਲੇਸ਼ ਇਸ ਗੱਲ। ਪਰ ਉਹਨਾਂ ਨੂੰ ਠੱਪੇ ਕਾਨੂੰਨ ਦਾ ਪ੍ਰਭਾਵ, ਜੁਡੀਸ਼ਰੀ ਲਾ ਕੇ, ਪ੍ਰਸ਼ਾਸਨ ਲਾ ਕੇ, ਆਪਣੀ ਪਾਵਰ ਜਿਹੜੀ ਹੈ ਉਹ ਹਥਿਆਰਾਂ ਦੀ ਵਰਤ ਕੇ ਉਹਨਾਂ ਲੋਕਾਂ ਨੂੰ ਦਬਾਇਆ, ਮਾਰਿਆ ਵੀ ਜਾਂਦਾ ਅਤੇ ਬਦਨਾਮ ਵੀ ਕੀਤਾ ਜਾਂਦਾ। ਗੁਰੂ ਸਾਹਿਬ ਨੇ ਆਪਣੇ ਸਮੇਂ ਵਿੱਚ ਪਤਾ ਇਹਨਾਂ ਕਿਰਤੀਆਂ ਨੂੰ ਸਤਿਕਾਰ ਸਭ ਤੋਂ ਵਧੇਰੇ ਕਿਉਂ ਦਿੱਤਾ ਅਤੇ ਰਾਜਾਸ਼ਾਹੀ ਨਾਲ ਸਤਿਗੁਰੂ ਦੀ ਕਿਸ ਗੱਲ ਤੋਂ ਸਭ ਤੋਂ ਵੱਡੀ ਟੱਕਰ ਹੁੰਦੀ ਸੀ? ਰਾਜਾਸ਼ਾਹੀ ਲੁਟੇਰੀ ਹੈ। ਉਹ ਗਰੀਬਾਂ ਦੀਆਂ ਹਰ ਚੀਜ਼ਾਂ ਨੂੰ ਤਾਂ ਵਰਤਦੀ ਹੈ ਪਰ ਗਰੀਬ ਨੂੰ ਬੰਦਾ ਨਹੀਂ ਸਮਝਦੀ। ਬੰਦੇ ਦੀ ਕੀਮਤ ਨਹੀਂ, ਚੀਜ਼ ਦੀ ਕੀਮਤ ਹੈ। ਇਸੇ ਕਰਕੇ ਸਤਿਗੁਰੂ ਭਾਵੇਂ ਉਹ ਪਹਾੜੀ ਰਾਜੇ ਹੋਣ ਅਤੇ ਭਾਵੇਂ ਮੁਗਲ ਸ਼ਾਹੀ ਹੋਵੇ, ਉਹਦੇ ਵਿਰੋਧ ਡਟ ਕੇ ਖਲੋ ਗਏ ਸਨ ਵੀ ਕਿਰਤੀ ਨੂੰ ਉਸ ਦੀ ਕਿਰਤ ਦਾ ਮਾਣ ਜ਼ਰੂਰ ਅਤੇ ਅਵੱਸ਼ ਮਿਲਣਾ ਚਾਹੀਦਾ। ਔਰ ਅੱਜ ਸਾਡੇ ਮਨਾਂ ਵਿੱਚ ਕਈ ਵਾਰ ਇਹ ਪੈਦਾ ਹੁੰਦਾ ਵੀ ਜੇ ਮੌਜੂਦਾ ਜਿਹੜਾ ਕਿਸਾਨੀ ਸੰਘਰਸ਼ ਚੱਲਦਾ ਹੈ ਭਾਰਤ ਵਿੱਚ, ਸਾਨੂੰ ਕਈ ਵਾਰ ਲੱਗਦਾ ਨਹੀਂ ਚੰਦ ਕੁ ਕਿਸਾਨ ਨੇ, ਨਹੀਂ ਉਹ ਬੇਸਿਕ ਲੜਾਈ ਲੜ ਰਹੇ ਨੇ। ਇਹ ਵਾਹਿਗੁਰੂ ਜਾਣੇ ਵੀ ਉਹਦਾ ਅੰਜਾਮ ਕੀ ਹੋਏਗਾ, ਕਿੰਨਾ ਕੁ ਉਹਦਾ ਸਹੀ ਰਿਜ਼ਲਟ ਕਿਹਦੇ ਹੱਕ 'ਚ ਭੁਗਤਦਾ। ਇਹ ਤਾਂ ਖੇਡ ਹੁੰਦੀ ਹੈ ਨਾ ਸੰਸਾਰ ਦੀ। ਪਰ ਦੋ ਧਿਰਾਂ ਦੇ ਵਿੱਚ ਇੱਕ ਸੰਵਾਦਕ ਜੰਗ ਜ਼ਰੂਰ ਚੱਲ ਰਹੀ ਹੈ, ਇੱਕ ਸੰਘਰਸ਼ ਜ਼ਰੂਰ ਚੱਲ ਰਿਹਾ। ਔਰ ਉਹ ਸੰਘਰਸ਼ ਬੇਸਿਕ ਚੀਜ਼ਾਂ ਦਾ ਵੀ ਤੁਹਾਡੀ ਰੋਟੀ ਦੇ ਉੱਤੇ ਵੀ ਵਪਾਰੀ ਆ ਕੇ ਪਾਬੰਦੀ ਲਾਏ, ਇਹਨੂੰ ਇੰਨਾ ਸਹਿਲਾ ਕਰ ਲਓ ਵੀ ਇੱਕ ਪੈਦਾ ਕਰਨ ਵਾਲਾ ਅਤੇ ਦੂਜਾ ਖਾਣ ਵਾਲਾ ਜਿਹੜਾ ਹੈ ਉਹਦੇ ਵਿਚਕਾਰ ਕੋਈ ਬਹੁਤੀ ਵੱਡੀ ਪ੍ਰੋਬਲਮ ਕ੍ਰੀਏਟ ਨਾ ਹੋ ਜਾਏ। ਤੁਹਾਨੂੰ ਗਿਣ ਗਿਣ ਕੇ ਬੁਰਕੀਆਂ ਦੇਣ ਵਾਲਾ ਸਿਲਸਿਲਾ ਨਾ ਉਪਜ ਪਵੇ, ਕਿਉਂਕਿ ਜਿਹੜਾ ਮਾਡਲ ਭਾਰਤ ਸਰਕਾਰ ਲਾਗੂ ਕਰਨਾ ਚਾਹੁੰਦੀ ਹੈ ਇਹ ਮਾਡਲ ਯੂਰਪ ਵਿੱਚ ਆਲਰੇਡੀ ਫੇਲ ਹੋ ਚੁੱਕਿਆ। ਤੁਸੀਂ ਤਾਂ ਇੱਥੇ ਰਹਿੰਦੇ ਹੋ, ਤੁਹਾਨੂੰ ਪਤਾ ਹੈ ਵੀ ਇੱਥੋਂ ਦਾ ਜਿਹੜਾ ਫਾਰਮਰ ਹੈ
ਉਹ ਕਿੰਨੀ ਵੱਡੀ ਪੱਧਰ ਦੇ ਉੱਤੇ ਮਿਲੀਅਨਸ ਡਾਲਰ ਜਿਹੜੇ ਨੇ ਉਹ ਸਬਸਿਡੀ ਦੇ ਰੂਪ ਵਿੱਚ ਕਿਸਾਨਾਂ ਨੂੰ ਦਿੰਦਾ ਹੈ। ਅਤੇ ਜਿੰਨਾ ਇੱਕ ਕਿਸਾਨ ਨੂੰ ਸਬਸਿਡੀ ਇਸ ਮੁਲਕ ਵਿੱਚ ਮਿਲਦੀ ਹੈ, ਉਹਨੂੰ ਤੁਸੀਂ ਕੈਲਕੂਲੇਟ ਕਰਕੇ ਵੇਖੋ ਉਹਦੇ ਮੁਕਾਬਲੇ ਦੇ ਉੱਤੇ ਭਾਰਤ ਦੇ ਕਿਸਾਨ ਨੂੰ ਕਿੰਨੀ ਸਬਸਿਡੀ ਸਰਕਾਰ ਦਿੰਦੀ ਅਤੇ ਉਹਦੀ ਉਪਜ ਦਾ ਉਹਨੂੰ ਕੀ ਮੁੱਲ ਮਿਲਦਾ। ਯਾਨੀ ਕਿ ਇੱਕ ਖੇਡ ਹੈ ਬਹੁਤ ਵੱਡੀ। ਭਾਵੇਂ ਲੜਨ ਵਾਲਿਆਂ ਦੇ ਹਿੱਸੇ ਵਿੱਚ ਜੋ ਵੀ ਮਰਜ਼ੀ ਆਏ, ਪਰ ਸੱਚਾਈ ਇਹ ਹੈ ਵੀ ਜੇ ਤੁਸੀਂ ਇਹਦੀ ਤਹਿ ਵਿੱਚ ਜਾਓਗੇ ਤਾਂ ਇਹ ਵਿਰੋਧ ਦੋ ਸਰੀਰਾਂ ਦਾ ਨਹੀਂ ਹੈ, ਦੋ ਵਿਚਾਰਾਂ ਦਾ ਹੈ। ਇਹ ਉਹ ਵਿਚਾਰ ਹੈ ਜਿਹੜਾ ਆਪਣੀ ਕਿਰਤ ਨੂੰ ਮਾਣ ਦਿਵਾਉਣ ਦੀ ਗੱਲ ਕਰਦਾ ਅਤੇ ਉਹ ਆਪਣੇ ਸਿਰ ਦੇ ਉੱਤੇ ਲੁਟੇਰੇ ਨਹੀਂ ਬੈਠਣ ਦੇਣਾ ਚਾਹੁੰਦਾ। ਬਾਬਾ ਬੰਦਾ ਸਿੰਘ ਬਹਾਦਰ ਨੇ ਜਗੀਰਦਾਰੀ ਪ੍ਰਬੰਧ ਨੂੰ ਖਤਮ ਕਰਕੇ ਜਿਹੜੇ ਮੁਜ਼ਾਹਰੇ ਸਨ ਉਹਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਸੀ। ਉਹ ਤੱਤ ਕਿਤੇ ਨਾ ਕਿਤੇ ਪੰਜਾਬ ਦੀ ਸਰਜ਼ਮੀਨ 'ਤੇ ਰਹਿਣ ਵਾਲੇ ਲੋਕਾਂ ਦੇ ਦਿਮਾਗ ਵਿੱਚ ਹੈ ਵੀ ਸਾਡੀ ਮਾਲਕੀ ਖੋਹ ਕੇ ਸਾਨੂੰ ਮਜ਼ਦੂਰ ਕੀਤਾ ਜਾਣਾ। ਪਰ ਜਿਹੜੇ ਬਹੁਤ ਵੱਡੇ ਇਸ ਚੀਜ਼ ਦੇ ਮਾਹਰ ਨੇ ਉਹਨਾਂ ਨੇ ਦੱਸਿਆ ਵੀ ਕਾਰਪੋਰੇਟ ਘਰਾਣਿਆਂ ਨੂੰ ਮਜ਼ਦੂਰ ਚਾਹੀਦੇ ਹੁੰਦੇ ਨੇ, ਮਾਲਕ ਨਹੀਂ ਚਾਹੀਦੇ ਹੁੰਦੇ। ਅਤੇ ਮਜ਼ਦੂਰਾਂ ਦੀ ਗਿਣਤੀ ਵਧਾਉਣ ਲਈ ਤੁਹਾਨੂੰ ਪਿੰਡ ਤਬਾਹ ਕਰਨੇ ਪੈਣੇ ਨੇ, ਉਹਨਾਂ ਨੂੰ ਸ਼ਹਿਰਾਂ 'ਚ ਬਦਲਣਾ ਪੈਣਾ। ਖੇਤੀ ਮਾਡਲ ਨੂੰ ਬਦਲੇ ਬਿਨਾਂ ਜਿਹੜੇ ਕਿਸਾਨ ਨੇ ਉਹ ਮਜ਼ਦੂਰ ਨਹੀਂ ਬਣ ਸਕਦੇ ਅਤੇ ਮਜ਼ਦੂਰਾਂ ਬਿਨਾਂ ਕਾਰਪੋਰੇਟ ਘਰਾਣਾ ਨਹੀਂ ਚੱਲ ਸਕਦਾ। ਇਸ ਤਰ੍ਹਾਂ ਦੀ ਇੱਕ ਖੇਡ ਜਿਹੜੀ ਹੈ ਲਗਾਤਾਰ ਚੱਲਦੀ। ਤਾਂ ਅਸੀਂ ਯਤਨ ਕਰਿਆ ਕਰੀਏ ਇਹਨਾਂ ਚੀਜ਼ਾਂ ਨੂੰ ਥੋੜ੍ਹਾ ਜਿਹਾ ਪੜ੍ਹਨ ਦੀ, ਥੋੜ੍ਹਾ ਜਿਹਾ ਸਮਝਣ ਦੀ। ਕੇਵਲ ਇੰਨਾ ਨਾ ਸਮਝ ਲਿਆ ਕਰੀਏ ਵੀ ਇੱਕ ਧਿਰ ਧਰਨਾ ਲਾ ਕੇ ਬੈਠੀ ਹੈ, ਦੂਜੀ ਧਿਰ ਮੰਨਦੀ ਨਹੀਂ। ਗੱਲ ਕੇਵਲ ਇੰਨੀ ਨਹੀਂ, ਜਿਹੜੇ ਮੰਨਦੇ ਨੇ ਉਹ ਮੰਨਦੇ ਕਿਉਂ ਨਹੀਂ, ਜ਼ਰਾ ਸੋਚ ਕੇ ਵੇਖੋ। ਉਹਨਾਂ ਸਾਹਮਣੇ 7-8 ਲੱਖ ਵੋਟ ਖੜੀ ਹੋਵੇ ਅਤੇ ਉਹ ਮੰਨਣ ਨਾ। ਰਾਜਨੀਤਿਕ ਤਾਂ ਵੋਟ 'ਤੇ ਮਰ ਜਾਂਦਾ, ਧਰਮ ਵੇਚ ਦਿੰਦਾ, ਕੀ ਨਹੀਂ ਕਰਦੇ। ਪਰ 7-8 ਲੱਖ ਵੋਟ ਸਾਹਮਣੇ ਖੜੀ ਹੈ ਅਤੇ ਬਾਕੀ ਘਰਾਂ 'ਚ ਹੈ, ਉਹਨਾਂ ਨੂੰ ਨਹੀਂ ਦੀਦਾ ਵੀ ਸਾਡੀ ਵੋਟ ਟੁੱਟੇਗੀ। ਪਰ ਕਿਤੇ ਨਾ ਕਿਤੇ ਉਹ ਕਿਸੇ ਚੀਜ਼ ਦੀ ਦਲਾਲੀ ਕਰ ਰਿਹਾ। ਬਹੁਤ ਵੱਡੀ ਖੇਡ ਹੈ ਇਹਦੇ ਵਿੱਚ। ਤੋ ਅਸੀਂ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਇਹੀ ਅਰਦਾਸ ਕਰੀਏ, ਕੇਵਲ ਸਾਡੇ ਖਿੱਤੇ ਵਿੱਚ ਹੀ ਨਹੀਂ, ਦੁਨੀਆ ਦੇ ਹਰ ਜਗ੍ਹਾ ਦੇ ਉੱਤੇ ਕਿਰਤੀਆਂ ਨੂੰ, ਮਿਹਨਤ ਕਸ਼ਾਂ ਨੂੰ ਉਹਨਾਂ ਦੇ ਹੱਕ ਦੀ ਅਦਾਇਗੀ ਹੋਵੇ ਔਰ ਸਾਰਾ ਸੰਸਾਰ ਸੁਖੀ ਵਸੇ। ਵੈਸੇ ਵੀ ਗੁਰੂ ਸਾਹਿਬ ਨੇ ਲੰਗਰ ਦੀ ਜਿਹੜੀ ਪ੍ਰਥਾ ਚਲਾਈ ਸੀ ਨਾ, ਅੱਜ ਤੇ ਅਸੀਂ ਲੰਗਰ ਨੂੰ ਸ਼ਕੀਨੀ ਬਣਾ ਲਏ, ਮਾਫ਼ ਕਰਨਾ। ਪਰ ਗੁਰੂ ਸਾਹਿਬ ਨੇ ਇਸ ਨੂੰ ਖਾਣ ਦੀ ਆਜ਼ਾਦੀ, ਲੰਗਰ ਦੀ ਪ੍ਰਥਾ ਕੀ ਹੈ? ਖਾਣ ਦੀ ਆਜ਼ਾਦੀ। ਜੋ ਪੈਦਾ ਹੋਇਆ ਉਹਨੂੰ ਜਿਉਂਦੇ ਰਹਿਣ ਲਈ ਭੋਜਨ ਦੀ ਲੋੜ ਹੈ ਅਤੇ ਭੋਜਨ ਦੇ ਉੱਤੇ ਕਿਸੇ ਵੀ ਮਨੁੱਖ ਦੀ ਇਜਾਰੇਦਾਰੀ ਨਹੀਂ ਹੋਣੀ ਚਾਹੀਦੀ। ਇਸ ਲਈ ਸਾਡੇ ਕਲਚਰ, ਸਾਡੇ ਧਰਮ ਵਿੱਚ, ਸਾਡੇ ਗੁਰੂ ਸਾਹਿਬਾਨ ਦੇ ਬਖਸ਼ੇ ਸੱਭਿਆਚਾਰ ਮੁਤਾਬਕ ਭੁੱਖੇ ਦਾ ਢਿੱਡ ਭਰਨਾ ਬਹੁਤ ਵੱਡਾ ਧਰਮ ਮੰਨਿਆ ਗਿਆ। ਇਸ ਲਈ ਜਿਹੜੀ ਲੰਗਰ ਦੀ ਪ੍ਰਥਾ, ਲੰਗਰ ਦੀ ਮਰਿਆਦਾ ਗੁਰੂ ਸਾਹਿਬ ਨੇ ਆਰੰਭ ਕੀਤੀ, ਇਹ ਹੈ ਫੂਡ ਦੇ ਉੱਤੇ, ਅਨਾਜ ਦੇ ਉੱਤੇ, ਰੋਟੀ ਦੇ ਉੱਤੇ ਕਿਸੇ ਦੀ ਇਜਾਰੇਦਾਰੀ ਨਾ ਹੋਵੇ। ਹਰ ਇੱਕ ਨੂੰ ਹੱਕ, ਉਹ ਅਮੀਰ ਹੈ, ਗਰੀਬ ਹੈ, ਕਿਸੇ ਧਰਮ ਦਾ ਹੈ, ਕਿਸੇ ਖਿੱਤੇ ਦਾ ਹੈ। 18ਵੀਂ ਸਦੀ ਦੀ ਤਾਰੀਖ ਦਾ ਇੱਕ ਅੰਗ ਹੈ ਵੀ ਖਾਲਸਾ ਜੀ ਦਾ ਇੱਕ ਕਰੈਕਟਰ ਅਤੇ ਕਿਰਦਾਰ ਸੀ। ਇਹ ਜਿਸ ਵੇਲੇ ਲੰਗਰ ਤਿਆਰ ਕਰ ਲੈਂਦੇ ਅਤੇ ਆਵਾਜ਼ ਦਿੰਦੇ ਕਿ ਜੇ ਕੋਈ ਆਲੇ ਦੁਆਲੇ ਭੁੱਖਾ ਹੈ ਤਾਂ ਆ ਕੇ ਛਕ ਸਕਦਾ, ਭਾਵੇਂ ਉਹ ਸਾਡਾ ਵੈਰੀ ਵੀ ਕਿਉਂ ਨਾ ਹੋਵੇ। ਲੜਾਈ ਖਾਣ 'ਤੇ ਨਹੀਂ ਹੋ ਸਕਦੀ। ਵੈਰੀ ਅਤੇ ਵਿਚਾਰਾਂ ਕਰਕੇ ਹੈ, ਉਹਦਾ ਵੈਰ ਸਾਡੇ ਨਾਲ ਵੱਖਰਾ ਹੈ, ਪਰ ਉਹਦੀ ਭੁੱਖ ਨਾਲ ਸਾਡਾ ਕੋਈ ਵੈਰ ਨਹੀਂ। ਭਾਈ ਕਨ੍ਹਈਆ ਜੀ ਦੀ ਉਦਾਹਰਣ ਸਾਡੇ ਸਾਹਮਣੇ ਹੈ ਔਰ ਇਸ ਉਦਾਹਰਣ ਨੂੰ, ਇਸ ਸੰਘਰਸ਼ ਦੇ ਵਿੱਚ ਗੁਰੂ ਨਾਨਕ ਦੇ ਸਿੱਖਾਂ ਨੇ ਸੱਚ ਕਰਕੇ ਵਿਖਾਇਆ। ਡਾਂਗਾ ਮਾਰਨ ਵਾਲਿਆਂ ਨੂੰ ਵੀ ਪਾਣੀ ਪਿਆਉਣਾ ਅਤੇ ਉਹਨਾਂ ਨੂੰ ਵੀ ਰੋਟੀ ਵਰਤਾਉਣੀ ਅਤੇ ਪ੍ਰਸ਼ਾਦਾ ਵਰਤਾਉਣਾ, ਇਹ ਕੋਈ ਨਿੱਕੀਆਂ ਗੱਲਾਂ ਨਹੀਂ ਹੁੰਦੀਆਂ। ਬੜੇ ਮੁਜ਼ਾਹਰੇ, ਬੜੇ ਧਰਨੇ, ਬੜੇ ਅੰਦੋਲਨ ਹੁੰਦੇ ਨੇ, ਪਾਣੀ ਨਹੀਂ ਪੁੱਛਦਾ ਅੰਦੋਲਨਕਾਰੀਆਂ ਨੂੰ ਕੋਈ। ਤੋ ਕੁਝ ਅਮੀਰੀਆਂ ਵੀ ਹਨ ਜਿਹੜੀਆਂ ਸਾਨੂੰ ਸਤਿਗੁਰੂ ਨੇ ਬਖਸ਼ੀਆਂ ਨੇ ਔਰ ਉਹ ਕਿਤੇ ਨਾ ਕਿਤੇ ਆਪਣਾ ਰੂਪ ਵਿਖਾ ਜਾਂਦੀਆਂ ਨੇ ਸੰਸਾਰ ਨੂੰ। ਇਹਦੇ ਵਿੱਚ ਸਾਡੀ ਕੋਈ ਸਿਆਣਪ ਨਹੀਂ ਹੈ, ਇਹ ਸਾਡੇ ਗੁਰੂ ਸਾਹਿਬਾਨ ਦੀ ਕਮਾਈ ਹੈ, ਘਾਲਣਾ ਹੈ, ਮਿਹਨਤ ਹੈ, ਜਿਹੜੀ ਉਹਨਾਂ ਨੇ ਇੰਨਾ ਲੰਮਾ ਚੌੜਾ ਸਟਰਗਲ ਕਰਕੇ ਜਿਹੜੀਆਂ ਚੀਜ਼ਾਂ ਸਾਡੀ ਸੁਰਤ ਵਿੱਚ ਟਿਕਾਈਆਂ ਨੇ। ਅਸੀਂ ਭਾਵੇਂ ਲੱਖ ਵਾਰ ਬੇਮੁਖ ਹੁੰਦੇ ਹਾਂ, ਪਰ ਗੁਰੂ ਦੀ ਉਹ ਸਿੱਖੀ ਦੇ ਵੱਖ-ਵੱਖ ਰੂਪ ਦੁਨੀਆ ਦੇ ਸਾਹਮਣੇ ਰੂਪਮਾਨ ਹੋ ਜਾਂਦੇ ਨੇ ਅਤੇ ਸਾਨੂੰ ਉਹਦਾ ਕ੍ਰੈਡਿਟ ਮਿਲ ਜਾਂਦਾ ਹੈ। ਅਸਲ ਵਸਤੂ ਤਾਂ ਗੁਰੂ ਦੀ ਹੈ,
ਪਰ ਸਾਡੇ ਰਾਹੀਂ ਹੋ ਜਾਂਦਾ ਹੈ ਤੇ ਸਾਨੂੰ ਉਹਦਾ ਮਾਣ ਵੀ ਮਿਲ ਜਾਂਦਾ ਹੈ। ਗਰੀਬ ਨਵਾਜ ਮਿਹਰ ਕਰਨ। ਆਪਾਂ ਇਹੀ ਵਾਕ ਸਤਿਗੁਰੂ ਦਾ ਚੇਤੇ ਵਿੱਚ ਰੱਖੀਏ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਬਰੈ, ਤਿਤੈ ਲਿਹੋ ਉਬਾਰ। ਸਤਿਗੁਰੂ ਮਹਾਰਾਜ ਸਾਡੀ ਸਰਜ਼ਮੀਨ ਨੂੰ, ਸਾਡੇ ਲੋਕਾਂ ਨੂੰ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਬਖਸ਼ਿਸ਼ ਕਰਨ। ਆਪ ਸਾਰਿਆਂ ਦਾ ਧੰਨਵਾਦ। ਭੁੱਲ ਚੁੱਕ ਦੀ ਖਿਮਾਦਤ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।